हेलो डियर स्टूडेंट्स। गुरु तेग बहादुर कॉलेज ਦੇ ਇਸ यूट्यूब ਚੈਨਲ ਦੇ ਉੱਤੇ ਤੁਹਾਡਾ ਸਵਾਗਤ ਕੀਤਾ ਜਾਂਦਾ ਹੈ। ਅੱਜ ਆਪਾਂ BA ਸਮੈਸਟਰ 5 ਥਰਡ ਈਅਰ ਦੀ ਹਿਸਟਰੀ ਦੇ ਸਿਲੇਬਸ ਸੰਬੰਧੀ ਗੱਲਬਾਤ ਕਰਾਂਗੇ। ਆਪਾਂ ਜੋ ਪਿੱਛੇ ਪੜ੍ਹ ਰਹੇ ਸੀਗੇ, ਗੱਲ ਕਰ ਰਹੇ ਸੀ ਪੁਨਰ ਜਾਗਰਣ ਦੀ। ਪੁਨਰ ਜਾਗਰਣ ਕੀ ਹੈ? ਯੂਰਪੀ ਮਹਾਂਦੀਪ ਦੇ ਵਿੱਚ ਆਧੁਨਿਕ ਯੁੱਗ ਦੇ ਉਥਾਨ ਦੇ ਲਈ, ਆਧੁਨਿਕਤਾ ਵੱਲ ਨੂੰ ਜਾਣ ਦੇ ਲਈ ਯੂਰਪੀਅਨ ਲੋਕਾਂ ਨੇ ਸੰਘਰਸ਼ ਸੀ ਜਿਹੜੇ ਉਹ ਕੀਤੇ, ਉਹਨਾਂ ਨੂੰ ਪੁਨਰ ਜਾਗਰਣ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਜਿਹਦੇ 'ਚ ਦੋ ਪਾਰਟ ਨੇ, ਇੱਕ ਪੁਨਰ ਜਾਗਰਣ ਅਤੇ ਇੱਕ ਧਰਮ ਸੁਧਾਰ ਅੰਦੋਲਨ। ਪੁਨਰ ਜਾਗਰਣ ਤੋਂ ਭਾਵ ਆਪਾਂ ਪਿੱਛੇ ਕਰਕੇ ਗਏ ਹਾਂ, ਬੜੀ ਡਿਟੇਲ ਦੇ ਵਿੱਚ ਪੜ੍ਹਿਆ ਸੀਗਾ ਆਪਾਂ ਨੇ ਕਿ ਜਿਹੜਾ ਪੁਨਰ ਜਾਗਰਣ ਹੈ ਉਹ ਹੈ ਲੋਕਾਂ ਦੇ ਵਿੱਚ ਜਾਗਰਤੀ ਲੈ ਕੇ ਆਉਣਾ। ਤਿੰਨ ਪੜਾਅ ਸੀ ਜਿਹੜੇ ਉਹ ਇਸ ਨੂੰ ਸਫਲ ਹੋਣ ਦੇ ਲਈ ਲੱਗੇ। ਪਹਿਲਾਂ 9ਵੀਂ ਸਦੀ ਦੇ ਵਿੱਚ ਇੱਕ ਕੋਸ਼ਿਸ਼ ਹੋਈ ਜਿਹੜੀ ਅੰਤ ਤੱਕ ਸਫਲਤਾ ਨਾ ਹਾਸਿਲ ਕਰ ਸਕੀ। ਫਿਰ 12ਵੀਂ ਸਦੀ ਦੇ ਵਿੱਚ ਇੱਕ ਕੋਸ਼ਿਸ਼ ਹੋਈ। 12ਵੀਂ ਸਦੀ ਦੀ ਕੋਸ਼ਿਸ਼ ਸੀ ਜਿਹੜੀ ਉਹ ਪੈਰਿਸ ਅਤੇ ਆਕਸਫੋਰਡ ਯੂਨੀਵਰਸਿਟੀਆਂ ਨੂੰ ਜਨਮ ਦਿੰਦੀ ਹੈ। ਉਹ ਦੋ ਯੂਨੀਵਰਸਿਟੀਆਂ ਸੀ ਜਿਹੜੀਆਂ ਯੂਰਪੀ ਮਹਾਂਦੀਪ ਦੇ ਵਿੱਚ ਸਥਾਪਿਤ ਹੋਈਆਂ। ਅਤੇ ਉਸ ਤੋਂ ਬਾਅਦ ਫਿਰ 15ਵੀਂ ਅਤੇ 16ਵੀਂ ਸਦੀ ਸੀ ਜਿਹੜੀ ਉਹ ਯੂਰਪੀਅਨ ਮਹਾਂਦੀਪ ਦੇ ਵਿੱਚ ਪੁਨਰ ਜਾਗਰਣ ਦੇ ਨਾਂ ਨਾਲ ਜਾਣੀ ਜਾਣ ਲੱਗ ਪਈ, ਕਿਉਂਕਿ ਜੋ ਵਿਦਿਆਰਥੀ ਆਕਸਫੋਰਡ ਅਤੇ ਪੈਰਿਸ ਯੂਨੀਵਰਸਿਟੀ ਤੋਂ ਸਿੱਖਿਆ ਹਾਸਲ ਕਰਦੇ ਨੇ ਤਾਂ ਉਹਨਾਂ ਨੂੰ ਬਹੁਤ ਸਾਰੀ ਜਾਣਕਾਰੀ ਸੀ ਜਿਹੜੀ ਆਧੁਨਿਕ ਯੁੱਗ ਬਾਰੇ ਪਤਾ ਲੱਗਿਆ। ਤਾਂ ਉਹ ਆਪਣੇ ਯੂਰਪੀ ਮਹਾਂਦੀਪ ਨੂੰ ਮੱਧਕਾਲ ਦੇ ਵਿੱਚੋਂ ਕੱਢ ਕੇ ਆਧੁਨਿਕਤਾ ਵੱਲ, ਮਾਡਰਨ ਏਜ ਦੇ ਵਿੱਚ ਐਂਟਰ ਕਰਾਉਣ ਦੇ ਲਈ ਉਹਨਾਂ ਵੱਲੋਂ ਬਹੁਤ ਸਾਰੇ ਪ੍ਰਯਤਨ ਕੀਤੇ ਜਾਂਦੇ ਨੇ। ਜਿਵੇਂ ਇਹਦੇ ਲਈ ਸਭ ਤੋਂ ਪਹਿਲਾਂ ਆਪਾਂ ਦਾਤੇ ਬਾਰੇ ਪੜ੍ਹਿਆ ਸੀਗਾ। ਸਾਹਿਤਕ ਖੇਤਰ ਦੀ ਅਹਿਮ ਭੂਮਿਕਾ ਮੰਨੀ ਜਾਂਦੀ ਹੈ। ਜੋ ਸਾਹਿਤ ਲਿਟਰੇਚਰ ਲਿਖਿਆ ਗਿਆ ਯੂਰਪੀ ਮਹਾਂਦੀਪ ਦੇ ਵਿੱਚ, ਉਹਦੇ ਬਾਰੇ ਆਪਾਂ ਨੇ ਪੜ੍ਹਿਆ ਡਿਟੇਲ ਦੇ ਵਿੱਚ। ਇਟਾਲਵੀ ਸਾਹਿਤ, ਫਰਾਂਸੀਸੀ ਸਾਹਿਤ, ਇੰਗਲਿਸ਼, ਸਪੈਨਿਸ਼, ਜਰਮਨ ਭਾਸ਼ਾ ਦੇ ਵਿੱਚ ਅਲੱਗ ਅਲੱਗ ਦੇਸ਼ਾਂ ਦੇ ਵਿੱਚ ਯੂਰਪੀ ਮਹਾਂਦੀਪ ਦੀਆਂ ਅਲੱਗ ਅਲੱਗ ਭਾਸ਼ਾਵਾਂ ਦੇ ਵਿੱਚ ਸਾਹਿਤਕਾਰ ਨੇ ਜਿਹੜੇ ਉਹ ਆਪਣੀਆਂ ਰਚਨਾਵਾਂ ਦੇ ਰਾਹੀਂ ਲੋਕਾਂ ਨੂੰ ਆਧੁਨਿਕਤਾ ਵੱਲ ਲੈ ਕੇ ਆਉਣ ਦੇ ਲਈ, ਧਾਰਮਿਕ ਆਡੰਬਰਾਂ ਤੋਂ, ਪੌਪ ਪਾਦਰੀਆਂ ਦੇ ਪ੍ਰਭਾਵ ਤੋਂ ਬਾਹਰ ਕੱਢਣ ਦੇ ਪ੍ਰਯਤਨਾਂ ਦੇ ਲਈ ਉਹਨਾਂ ਦੇ ਵੱਲੋਂ ਪ੍ਰਯਤਨ ਸੀ ਜਿਹੜੇ ਕੀਤੇ ਗਏ, ਜਿਹੜੇ ਸਫਲ ਵੀ ਹੋਏ। ਅਤੇ ਉਸ ਤੋਂ ਬਾਅਦ ਫਿਰ ਮੂਰਤੀ ਕਲਾ, ਚਿੱਤਰਕਲਾ, ਸਾਹਿਤ ਕਲਾ, ਸੰਗੀਤ ਕਲਾ, ਭਵਨ ਨਿਰਮਾਣ ਕਲਾ ਬਾਰੇ ਆਪਾਂ ਪੜ੍ਹਿਆ, ਕਿਉਂਕਿ ਜਿਹੜੀ ਉਸ ਤੋਂ ਪਹਿਲਾਂ ਦੀਆਂ ਕਲਾਕ੍ਰਿਤੀਆਂ ਸੀ ਉਹ ਧਰਮ ਦਾ ਸੀਮਤ ਸੀਗੀਆਂ, ਧਰਮ ਨਾਲ ਵੰਝੀਆਂ ਹੋਈਆਂ ਨੇ। ਲੇਕਿਨ ਧਰਮ ਤੋਂ ਬਾਹਰ ਕੱਢ ਕੇ ਕਲਾਕ੍ਰਿਤੀ ਲਈ ਇੱਕ ਲੋਕਾਂ ਦੇ ਵਿੱਚ ਜਿਹੜਾ ਹਊਆ ਸੀ ਕਿ ਜਿਹੜੀ ਕਲਾਕ੍ਰਿਤੀ ਹੈ, ਮੂਰਤੀਆਂ ਨੇ, ਚਿੱਤਰਕਾਰੀ ਹੈ, ਸਿਰਫ ਉਹ ਧਾਰਮਿਕ ਵਿਅਕਤੀਆਂ ਤੱਕ ਸੀਮਤ ਨਹੀਂ ਹੈਗੀ। ਧਰਮ ਤੋਂ ਬਿਨਾਂ ਵੀ ਅਸੀਂ ਬਹੁਤ ਸਾਰੀ ਕਲਾਕ੍ਰਿਤੀਆਂ ਨੇ ਜਿਹੜੀਆਂ ਉਹ ਕਰ ਸਕਦੇ ਹਾਂ। ਉਹ ਚੀਜ਼ ਪੇਸ਼ ਕੀਤੀ, ਉਹ ਆਪਾਂ ਨੇ ਪੜ੍ਹੀਆਂ ਕਿਹੜੇ ਕਿਹੜੇ, ਜਿਵੇਂ ਦਾਤੇ, ਪੈਟਾਰਿਕ, ਉਸ ਤੋਂ ਬਾਅਦ ਵਕਾਸਿਓ, ਮੈਕਿਆਵਲੀ, ਇਟਾਲਵੀ ਸਾਹਿਤ ਲਿਖਦੇ ਨੇ। ਅਤੇ ਫਿਰ ਚਿੱਤਰਕਲਾ ਦੇ ਵਿੱਚ ਲਿਨਾਰਦੋ, ਮਾਈਕਲ ਐਂਜਲੋ ਵਰਗੇ ਅਨੇਕਾਂ ਤਰ੍ਹਾਂ ਦੇ ਚਿੱਤਰਕਾਰ ਸੀ ਜਿਹੜੇ ਉਹ ਹੋਏ। ਅਤੇ ਅਲੱਗ ਅਲੱਗ ਸਾਹਿਤਕਾਰ, ਮੂਰਤੀਕਾਰ ਆਪੋ ਆਪਣੀ ਕਲਾ ਦੇ ਨਾਲ ਇੱਕ ਯੂਰਪੀ ਮਹਾਂਦੀਪ ਨੂੰ ਪੁਨਰ ਜਾਗਰਣ ਦੇ ਵੱਲ ਲੈ ਕੇ ਜਾਂਦੇ ਨੇ। ਅਤੇ ਅੱਜ ਆਪਾਂ ਪੜ੍ਹਾਂਗੇ ਵਿਗਿਆਨਿਕ ਖੇਤਰ ਦੇ ਵਿੱਚ ਬੜਾ ਲੜੀਦਾਰ ਪੜਾਅ ਸੀ ਜਿਹੜਾ ਉਹ ਚੱਲਿਆ ਪੁਨਰ ਜਾਗਰਣ ਦੇ ਲਈ। ਪਹਿਲਾਂ ਸਾਹਿਤ, ਕਿਉਂਕਿ ਪੜ੍ਹਨ ਦੀ ਆਦਤ ਪਾਈ ਆਕਸਫੋਰਡ ਯੂਨੀਵਰਸਿਟੀ, ਪੈਰਿਸ ਯੂਨੀਵਰਸਿਟੀ ਨੇ। ਫਿਰ ਉਹਨਾਂ ਦੇ ਪੜ੍ਹਨ ਦੇ ਲਈ ਮਟੀਰੀਅਲ ਰੱਖਿਆ, ਸਾਹਿਤ ਰਚਨਾ ਸ਼ੁਰੂ ਕੀਤਾ। ਫਿਰ ਚਿੱਤਰਕਾਰੀ ਦਾ ਵਹਿਮ ਲੋਕਾਂ ਦੇ ਮਨਾਂ 'ਚੋਂ ਕੱਢਿਆ, ਸੰਗੀਤ ਦਾ ਵਹਿਮ ਲੋਕਾਂ 'ਚੋਂ ਕੱਢਿਆ। ਭਵਨ ਨਿਰਮਾਣ ਕਲਾ, ਕਹਿੰਦੇ ਇਕੱਲੇ ਮੰਦਰ ਮਸਜਿਦ ਨੇ ਉਹਨਾਂ ਦੀਆਂ ਤਸਵੀਰਾਂ ਤੱਕ ਸੀਮਿਤ ਨਹੀਂ ਰੱਖਿਆ ਜਾ ਸਕਦਾ ਹੈਗਾ, ਉਹਨਾਂ 'ਚੋਂ ਬਾਹਰ ਕੱਢਿਆ। ਕਹਿੰਦੇ ਜਦੋਂ ਇਹ ਸਾਰੀਆਂ ਚੀਜ਼ਾਂ ਲੋਕਾਂ ਦੇ ਸਮਝ 'ਚ ਆਈਆਂ, ਫਿਰ ਵਿਗਿਆਨ ਦੇ ਖੇਤਰ ਵੱਲ ਜਿਹੜਾ ਯੂਰਪ ਨੂੰ ਲੈ ਕੇ ਜਾਣ ਦੀ ਕੋਸ਼ਿਸ਼ ਕੀਤੀ। ਕਿਉਂਕਿ ਜੇ ਪਹਿਲੀ ਵਾਰੀ ਵਿਗਿਆਨ ਤਰੀਕੇ ਨਾਲ ਸਮਝਾਉਣ ਦੀ ਕੋਸ਼ਿਸ਼ ਕਰਦੇ ਤਾਂ ਲੋਕਾਂ ਨੇ ਸਮਝਣਾ ਨਹੀਂ ਸੀ। ਭਾਵ ਇਹਦੇ 'ਚ ਆਪਾਂ ਪੜ੍ਹਾਂਗੇ ਬਹੁਤ ਸਾਰੀਆਂ ਇੱਦਾਂ ਦੀਆਂ ਇਜਾਦਾਂ, ਖੋਜਾਂ ਹੋਈਆਂ ਜਿਹੜੀਆਂ ਲੋਕਾਂ ਨੂੰ, ਪੜ੍ਹੇ ਲਿਖਿਆਂ ਨੂੰ ਹੀ ਸਮਝ 'ਚ ਆਉਂਦੀਆਂ ਨੇ। ਅਨਪੜ੍ਹ ਲੋਕ ਸੀ ਜਿਹੜੇ ਉਹ ਉਹਨਾਂ ਖੋਜਾਂ ਨੂੰ ਨਹੀਂ ਸਮਝ ਸਕਦੇ ਸੀ। ਜਿਵੇਂ ਯੂਨਾਨੀ ਸਾਹਿਤ ਪੁਨਰ ਜਾਗਰਣ ਦੇ ਲੋਕਾਂ ਦੇ ਵਿਗਿਆਨਿਕ ਦ੍ਰਿਸ਼ਟੀਕੋਣ ਪੈਦਾ ਕਰਦਾ ਹੈ, ਲੋਕਾਂ ਦੇ ਵਿੱਚ ਤਰਕਸ਼ੀਲਤਾ ਆਉਂਦੀ ਹੈ,
ਉਹ ਵਿਗਿਆਨ 'ਚ ਜਾਂਦੇ ਨੇ, ਧਰਮ ਤੋਂ ਬਾਹਰ ਨਿਕਲਦੇ ਨੇ। ਜਦੋਂ ਫਿਰ ਉਹ ਵਿਗਿਆਨ ਵੱਲ ਜਾਂਦੇ ਨੇ ਅਤੇ ਧਰਮ ਅੰਧ ਵਿਸ਼ਵਾਸਾਂ ਦੇ ਵਿੱਚੋਂ ਬਾਹਰ ਨਿਕਲਣਗੇ ਅਤੇ ਫਿਰ ਹੀ ਕਹਿੰਦੇ ਉਹ ਉਹਨਾਂ ਖੋਜਾਂ ਦੇ ਵਿੱਚ ਵਿਸ਼ਵਾਸ ਸੀ ਜਿਹੜਾ ਉਹ ਰੱਖ ਸਕਦੇ ਸੀ। ਇਸੇ ਤਰੀਕੇ ਤਹਿਤ ਫਿਰ ਕਹਿੰਦੇ ਭਰਮਾ ਹੁੰਗਾਰਾ ਸੀ ਜਿਹੜਾ ਉਹ ਲੋਕਾਂ ਦਾ ਮਿਲਿਆ। ਸਭ ਤੋਂ ਪਹਿਲਾਂ ਆਪਾਂ ਪੜ੍ਹਦੇ ਹਾਂ ਖਗੋਲ ਵਿਗਿਆਨ। 16ਵੀਂ ਸਦੀ ਦੇ ਵਿੱਚ ਪ੍ਰਸਿੱਧ ਜਨਾਨੀ ਖਗੋਲ ਸ਼ਾਸਤਰੀ ਹੋਇਆ ਪਟੋਲਮੀ, ਜਿਹਨੇ ਕਹਿੰਦੇ ਇਹ ਸਿਧਾਂਤ ਪ੍ਰਚਲਿਤ ਕੀਤੇ, ਸੰਸਾਰ ਭਰ ਦੇ ਵਿੱਚ ਪ੍ਰਸਿੱਧ ਹੋਏ। ਪਹਿਲਾ ਕੀ ਸੀ? ਧਰਤੀ ਸਾਰੇ ਗ੍ਰਹਿਆਂ ਦਾ ਕੇਂਦਰ ਹੈ, ਸੈਂਟਰ 'ਚ ਹੈ। ਸੂਰਜ, ਚੰਨ, ਤਾਰੇ ਸਾਰੇ ਉਸ ਦੇ ਇਰਦ ਗਿਰਦ ਘੁੰਮਦੇ ਨੇ। ਪਹਿਲੀ ਵਾਰ ਉਸਨੇ ਇਹ ਸਿਧਾਂਤ ਪੇਸ਼ ਕੀਤਾ। ਪੁਨਰ ਜਾਗਰਣ ਕਾਲ ਦੇ ਇਸ ਸਿਧਾਂਤ ਨੂੰ ਵਿਗਾੜਿਆ ਗਿਆ ਅਤੇ ਹੇਠ ਲਿਖੇ ਖਗੋਲ ਵਿਗਿਆਨੀਆਂ ਦੇ ਯਤਨਾਂ ਅਤੇ ਖੋਜਾਂ ਵਜੋਂ ਖਗੋਲ ਵਿਗਿਆਨੀਆਂ ਨੇ ਹੋਰ ਖੋਜਾਂ ਕੀਤੀਆਂ। ਕਹਿੰਦੇ ਉਸਨੇ ਪਟੋਲਮੀ ਨੇ ਇਹ ਸਿਧਾਂਤ ਰੱਖਤਾ, ਪਰ ਲੋਕਾਂ ਨੇ ਕੀ ਪੜ੍ਹੇ ਲਿਖੇ ਨੇ ਵੀ ਨਹੀਂ ਉਸ ਨੂੰ ਮੰਨਿਆ। ਕਹਿੰਦੇ ਅਲੱਗ-ਅਲੱਗ ਤਰੀਕੇ ਨਾਲ ਫਿਰ ਉਹਨਾਂ 'ਤੇ ਹੋਰ ਖੋਜ ਚੱਲੀ ਵੀ ਇਹ ਕੀ ਸਹੀ ਹੈ, ਤਾਂ ਉਸ ਨੂੰ ਸਹੀ ਜਾਂ ਉਸ ਦੀ ਸੱਚਾਈ ਅਤੇ ਝੂਠ ਨੂੰ ਲੱਭਣ ਦੇ ਲਈ ਸਭ ਤੋਂ ਪਹਿਲਾਂ ਫਿਰ ਇਹ ਨਿਕੋਲਸ ਕੋਪਰਨਿਕਸ, ਪੋਲੈਂਡ ਦਾ ਵਿਗਿਆਨੀ ਸੀ ਇਹ। ਕਹਿੰਦੇ ਇਸ ਨੇ ਪ੍ਰਚਲਿਤ ਵਿਸ਼ਵਾਸ ਨੂੰ ਗਲਤ ਸਿੱਧ ਕਰਤਾ। ਉਹ ਕਹਿੰਦਾ ਧਰਤੀ ਗ੍ਰਹਿਆਂ ਦਾ ਕੇਂਦਰ ਨਹੀਂ ਹੈਗੀ, ਸੂਰਜ ਅਤੇ ਦੂਜੇ ਗ੍ਰਹਿ ਇਸ ਦੇ ਇਰਦ ਗਿਰਦ ਘੁੰਮਦੇ ਨੇ। ਪਰ ਧਰਤੀ ਗ੍ਰਹਿਆਂ ਦਾ ਕੇਂਦਰ ਮੰਨਦੀ ਹੈ, ਪਰ ਕਹਿੰਦੇ ਸੂਰਜ ਦੇ ਆਲੇ ਦੁਆਲੇ ਨਹੀਂ ਇਹ ਘੁੰਮਦੀ, ਸੂਰਜ ਦੇ ਦੂਜੇ ਗ੍ਰਹਿ ਦੇ ਇਰਦ ਗਿਰਦ ਘੁੰਮਦੇ ਨੇ। ਉਹਨੇ ਪੱਖ ਰੱਖਿਆ। ਇਸ ਦੇ ਉਲਟ ਉਸਨੇ ਕੀ ਸਿੱਟਾ ਕੱਢਿਆ ਕਿ ਧਰਤੀ ਵੀ ਦੂਜੇ ਗ੍ਰਹਿਆਂ ਵਾਂਗ ਸੂਰਜ ਦੀ ਪਰਿਕਰਮਾ ਕਰਦੀ ਹੈ। ਧਰਤੀ, ਚੰਨ, ਤਾਰੇ ਸੂਰਜ ਦੇ ਇਰਦ ਗਿਰਦ ਘੁੰਮਦੇ ਨੇ। ਇਹ ਖੋਜ ਅਤੀ ਮਹੱਤਵਪੂਰਨ ਸੀ। ਫਿਰ ਕਹਿੰਦੇ ਪਹਿਲਾਂ ਉਹਨੇ ਜਦੋਂ ਵਿਸ਼ਵਾਸ ਨਾ ਕੀਤਾ, ਕਹਿੰਦੇ ਫਿਰ ਉਹ ਅੰਤਲੇ ਨਤੀਜੇ 'ਤੇ ਪੁੱਜ ਜਾਂਦਾ ਹੈ ਜੋ ਪਟੋਲਮੀ ਨੇ ਦਿੱਤਾ। ਕਹਿੰਦੇ ਉਹ ਉਸ ਦੇ ਪੱਖ ਦੇ ਵਿੱਚ ਕੁਝ ਨਾ ਕੁਝ ਵਿਚਾਰ ਦੇਣ ਦੀ ਕੋਸ਼ਿਸ਼ ਕਰਦਾ। ਬ੍ਰਹਿਮੰਡ ਦੇ ਬਾਰੇ ਪ੍ਰਚਲਿਤ ਮੱਧਕਾਲੀ ਵਿਚਾਰਧਾਰਾ ਨੂੰ ਫਿਰ ਡੂੰਘੀ ਸੱਟ ਵੱਜੀ। ਮੱਧਕਾਲ ਦੇ ਵਿੱਚ ਤਾਂ ਬ੍ਰਹਿਮੰਡ ਬਾਰੇ ਲੋਕ ਇਹੀ ਕੁਝ ਸਮਝਦੇ ਸੀ, ਅੱਜ ਵੀ ਆਪਾਂ ਦੇਖਦੇ ਹਾਂ ਇਹੀ ਕਹਿੰਦੇ ਨੇ ਵੀ ਜਿਵੇਂ ਧਰਤੀ ਹੈ ਅਤੇ ਦੂਜੇ ਗ੍ਰਹਿਆਂ 'ਤੇ ਦੀ ਤਰ੍ਹਾਂ ਕੋਈ ਧਰਤੀ ਵੀ ਮਾਤਾ ਦੀ ਤਰ੍ਹਾਂ ਪੂਜਿਆ ਜਾਂਦਾ, ਸੂਰਜ ਨੂੰ ਅਲੱਗ ਦੇਵਤਿਆਂ ਦੀ ਤਰ੍ਹਾਂ ਪੂਜਿਆ ਜਾਂਦਾ। ਠੀਕ ਹੈ, ਇੱਦਾਂ ਪ੍ਰੋਸੀਜਰ ਚੱਲਿਆ। ਪਰ ਜੇ ਸੋਚਿਆ ਜਾਵੇ, ਜਿਵੇਂ ਗੁਰੂ ਨਾਨਕ ਸਾਹਿਬ ਜਪਜੀ ਸਾਹਿਬ 'ਚ ਕਹਿੰਦੇ ਨੇ ਲੱਖ ਆਗਾਸਾਂ ਆਗਾਸ, ਲੱਖ ਪਾਤਾਲਾਂ ਪਾਤਾਲ। ਉਹਨਾਂ ਨੇ ਇਹ ਚੀਜ਼ਾਂ ਦੱਸਿਆ। ਕਹਿੰਦੇ ਤੁਸੀਂ ਬ੍ਰਹਿਮੰਡ ਬਾਰੇ ਖੋਜਣ ਦੀਆਂ ਕੋਸ਼ਿਸ਼ਾਂ ਕਰਦੇ ਹੋ, ਕੋਈ ਪਤਾ ਨਹੀਂ ਲਗਾਇਆ ਜਾ ਸਕਿਆ ਬ੍ਰਹਿਮੰਡ ਬਾਰੇ। ਤਾਂ ਕਹਿੰਦੇ ਲੱਖਾਂ ਹੀ ਧਰਤੀਆਂ ਨੇ, ਲੱਖਾਂ ਹੀ ਆਕਾਸ਼ ਨੇ। ਕਹਿੰਦੇ ਇੱਥੋਂ ਤੱਕ ਸੀਮਤ ਥੋੜ੍ਹਾ ਵੀ ਕਦੇ ਆਪਾਂ ਕਹਿੰਦੇ ਹਾਂ 9 ਗ੍ਰਹਿ ਨੇ, ਕਦੇ ਕਹਿੰਦੇ 8 ਆ। ਪਹਿਲਾਂ 9 ਹੁੰਦੇ ਸੀ, ਹੁਣ ਕਹਿੰਦੇ ਪਲੇਟੋ ਨਹੀਂ ਗ੍ਰਹਿ ਨਹੀਂ ਹੈਗਾ, ਕਹਿੰਦੇ ਉਹ ਤਾਂ ਊਂ ਪੱਥਰ ਦਾ ਟੁਕੜਾ ਹੈ ਕੋਈ, ਇਸ ਲਈ ਉਹਨੂੰ ਗ੍ਰਹਿ ਦੀ ਪ੍ਰਮਾਣਤਾ ਰੱਦ ਕਰ ਦਿੱਤੀ ਜਾਂਦੀ ਹੈ। ਹੁਣ 8 ਗ੍ਰਹਿ ਰਹਿ ਗਏ। ਕਹਿੰਦੇ ਇਹਦੇ ਬਾਰੇ ਤਾਂ ਪਤਾ ਹੀ ਨਹੀਂ ਲੱਗਿਆ ਕਿਸੇ ਨੂੰ ਵੀ ਕਿੰਨੇ ਗ੍ਰਹਿ ਨੇ। ਇਹ ਜਿਹੇ ਤਾਂ ਬਹੁਤ ਧਰਤੀਆਂ ਨੇ ਜਿਹੜੀਆਂ ਉਹ ਬ੍ਰਹਿਮੰਡ ਦੇ ਵਿੱਚ ਆਮ ਘੁੰਮਦੀਆਂ ਫਿਰਦੀਆਂ ਨੇ। ਇਸ ਤਰ੍ਹਾਂ ਨਾਲ ਉਸ ਵਿਚਾਰਧਾਰਾ ਦੇ ਵਿੱਚੋਂ ਇਹ ਗੁਰੂ ਨਾਨਕ ਸਾਹਿਬ ਨੇ ਵੀ ਇੱਕ ਤਰ੍ਹਾਂ ਨਾਲ ਵਿਗਿਆਨਕ ਵਿਚਾਰਧਾਰਾ ਸੀ ਜਿਹੜੀ ਉਹ ਦਿੱਤੀ। ਅਤੇ ਨਿਕੋਲਸ ਕੋਪਰਨਿਕਸ ਸੀ ਜਿਹੜਾ ਉਸਦੇ ਸਿਧਾਂਤ ਦੇ ਸੰਬੰਧੀ ਉਸਨੇ ਪੁਸਤਕ ਲਿਖੀ ਰੈਵੂਲੇਸ਼ਨਸ ਆਫ ਦਾ ਹੈਵਨਲੀ ਓਰਬਸ। ਉਸ ਦੀ ਮੌਤ ਪਿੱਛੋਂ ਪ੍ਰਕਾਸ਼ਿਤ ਹੋਈ। ਕੋਪਰਨਿਕਸ ਦੀ ਮੌਤ ਤੋਂ ਬਾਅਦ ਜੌਨ ਕੈਪਲਰ, ਗੈਲੀਲੀਓ ਨਾਮਕ ਵਿਗਿਆਨੀ ਨੇ ਜਿਹੜੇ ਉਸਦੀ ਵਿਚਾਰਧਾਰਾ ਦਾ ਸਮਰਥਨ ਕਰਦੇ ਨੇ ਅਤੇ ਉਸ ਨੂੰ ਮੰਨਦੇ ਨੇ। ਉਸ ਤੋਂ ਬਾਅਦ ਜੌਨ ਕੈਪਲਰ ਜਰਮਨ ਦਾ ਵਿਗਿਆਨੀ ਹੋਇਆ। ਗਣਿਤ ਸੰਬੰਧੀ ਨਿਯਮਾਂ ਨਾਲ ਕੋਪਰਨਿਕਸ ਦੀ ਵਿਚਾਰਧਾਰਾ ਨੂੰ ਠੀਕ ਸਾਬਤ ਕਰਨ ਦਾ ਯਤਨ ਕਰਦੇ, ਪਰੰਤੂ ਉਸ ਦਾ ਵਿਚਾਰ ਕੀ ਸੀ? ਉਸ ਦਾ ਵਿਚਾਰ ਸੀ ਕਿ ਸਾਰੇ ਗ੍ਰਹਿ ਸੂਰਜ ਦੇ ਇਰਦ ਗਿਰਦ ਇੱਕ ਚੱਕਰ 'ਚ ਨਹੀਂ ਘੁੰਮਦੇ ਹੈਗੇ, ਭਾਵ ਅਲੱਗ-ਅਲੱਗ ਚੱਲਦੇ ਨੇ। ਕਹਿੰਦੇ ਸਾਰਿਆਂ ਦੀ ਦਿਸ਼ਾ ਲਾਲਸਾ ਹੈ ਜਿਹੜੀ ਉਹ ਅਲੱਗ-ਅਲੱਗ ਹੈ। ਇਸ ਲਈ ਇਹ ਨਹੀਂ ਕਿਹਾ ਜਾ ਸਕਦਾ ਹੈਗਾ ਕਿ ਸਾਰੇ ਗ੍ਰਹਿ ਨੇ ਜਿਹੜੇ ਵੀ ਉਹ ਇੱਕੋ ਦਿਸ਼ਾ ਦੇ ਵਿੱਚ ਘੁੰਮਦੇ ਹੋਣ। ਕਹਿੰਦੇ ਇਹ ਕਿਹਾ ਨਹੀਂ ਜਾ ਸਕਦਾ। ਉਸ ਤੋਂ ਬਾਅਦ ਫਿਰ ਗਲੀਲੀਓ ਬਾਰੇ ਪੜ੍ਹਦੇ ਹਾਂ ਆਪਾਂ। ਇਟਲੀ ਦਾ ਪ੍ਰਸਿੱਧ ਵਿਗਿਆਨੀ ਹੋਇਆ ਗਲੀਲੀਓ। ਕੋਪਰਨਿਕਸ ਦੀ ਵਿਚਾਰਧਾਰਾ ਦਾ ਉਹ ਵੀ ਸਮਰਥਨ ਕਰਦਾ। ਉਸਨੇ ਵੀ ਸਿੱਧ ਕੀਤਾ, ਵਿਸ਼ਵਾਸਯੋਗ ਪ੍ਰਮਾਣ ਦਿੱਤਾ ਕਿ ਦੂਰਬੀਨ ਦਾ ਅਵਿਸ਼ਕਾਰ ਕੀਤਾ ਉਸਨੇ, ਗਲੀਲੀਓ ਨੇ, ਜਿਸ ਨਾਲ ਸੂਰਜ ਅਤੇ ਚੰਦਰਮਾ ਦੇ ਗ੍ਰਹਿਆਂ ਨੂੰ ਵੇਖਿਆ ਜਾ ਸਕਦਾ। ਉਸਦੇ ਇਸ ਜੰਤਰ ਨੇ ਸਿੱਧ ਕੀਤਾ ਕਿ ਸੂਰਜ ਹੀ ਬ੍ਰਹਿਮੰਡ ਦਾ ਕੇਂਦਰ ਹੈ ਅਤੇ ਧਰਤੀ ਇਸ ਦੇ ਇਰਦ ਗਿਰਦ ਹੈ ਜਿਹੜੀ ਉਹ ਘੁੰਮਦੀ ਹੈ। ਉਸ ਤੋਂ ਬਾਅਦ ਆ ਗਿਆ ਇਸ਼ਾਕ ਨਿਊਟਨ। ਇਹ ਇੰਗਲੈਂਡ ਦਾ ਉੱਘਾ ਵਿਦਵਾਨ ਹੋਇਆ। ਗੁਰੂਤਾਕਰਸ਼ਣ ਦਾ ਸਿਧਾਂਤ ਦਿੰਦਾ, ਆਪਾਂ ਨੂੰ ਪਤਾ ਲੱਗਿਆ। ਕਹਿੰਦੇ ਜਿਵੇਂ ਆਪਾਂ ਕੋਈ ਵੀ ਚੀਜ਼ ਉੱਪਰ ਵੱਲ ਨੂੰ ਛੱਡ ਦਿੰਦੇ ਹਾਂ, ਉਹ ਨੀਚੇ ਕਿਉਂ ਆ ਜਾਂਦੀ ਹੈ, ਪਰ ਚੰਦਰਮਾ 'ਤੇ ਕਹਿੰਦੇ ਜੇ ਤੁਸੀਂ ਉੱਪਰ ਸਿੱਟੋ ਕੋਈ ਚੀਜ਼ ਤਾਂ ਉਹ ਉਸ ਤੋਂ ਤੇਜ਼ ਰਫਤਾਰ ਨਾਲ ਉੱਪਰ ਨੂੰ ਜਾਂਦੀ ਹੈ। ਕਿਉਂ? ਕਿਉਂਕਿ ਚੰਦਰਮਾ ਦੀ ਕਹਿੰਦੇ ਗੁਰੂਤਾ ਖਿੱਚ ਹੈ ਨਹੀਂ, ਧਰਤੀ ਦੀ ਗੁਰੂਤਾ ਖਿੱਚ ਹੈ। ਹੁਣ ਕੋਈ ਵੀ ਚੀਜ਼ ਮੰਨ ਲਓ ਇੱਕ ਪੇੜ ਦੇ ਉੱਤੇ ਅੰਬ ਲੱਗਿਆ ਹੋਇਆ, ਜਦੋਂ ਟੁੱਟਦਾ ਉਹ ਹੇਠਾਂ ਵੱਲ ਨੂੰ ਕਿਉਂ ਆਉਂਦਾ ਹੈ? ਧਰਤੀ ਦੀ ਖਿੱਚ ਕਾਰਨ, ਗੁਰੂਤਾ ਖਿੱਚ ਕਾਰਨ। ਇਹ ਉਸਨੇ ਸਿਧਾਂਤ ਪੇਸ਼ ਕੀਤਾ।
ਇਹ ਖਗੋਲ ਵਿਗਿਆਨੀ ਨੇ। ਉਸ ਤੋਂ ਬਾਅਦ ਆ ਗਿਆ ਭੌਤਿਕ ਵਿਗਿਆਨ ਫਿਜ਼ਿਕਸ। ਪੁਨਰ ਜਾਗਰਣ ਕਾਲ ਦੇ ਵਿੱਚ ਭੌਤਿਕ ਵਿਗਿਆਨ ਦੇ ਖੇਤਰ 'ਚ ਵੀ ਅਨੇਕਾਂ ਯਾਦਾਂ ਹੋਈਆਂ। ਇਸਾਕ ਨਿਊਟਨ ਤੋਂ ਇਲਾਵਾ ਗਲੀਲੀਓ ਤੋਂ ਇਲਾਵਾ ਇਸ ਦੇ ਵਿੱਚ ਗਿਲਬਰਟ ਸਟੈਫਨ ਪ੍ਰਸਿੱਧ ਭੌਤਿਕ ਵਿਗਿਆਨੀ ਹੋਏ। ਚੁੰਬਕੀ ਪਦਾਰਥਾਂ ਸੰਬੰਧੀ ਤਜਰਬੇ, ਉਹਨਾਂ ਨੇ ਬਿਜਲੀ ਦੀਆਂ ਖੋਜਾਂ ਦੇ ਰਾਹ ਨੂੰ ਸਾਫ਼ ਕੀਤਾ। ਗਲੀਲੀਓ ਨੇ ਲਟਕਣ ਸੰਬੰਧੀ ਨਿਯਮਾਂ ਦੀ ਖੋਜ ਕੀਤੀ। ਭੌਤਿਕ ਵਿਗਿਆਨ ਦੇ ਇਸ ਨਿਯਮ ਦੀ ਖੋਜ ਕੀਤੀ ਕਿ ਉੱਪਰੋਂ ਥੱਲੇ ਡਿੱਗਣ ਵਾਲੀ ਵਸਤੂ ਦੀ ਰਫ਼ਤਾਰ ਤੈਅ ਕੀਤੇ ਜਾਣ ਵਾਲੇ ਫਾਸਲੇ 'ਤੇ ਨਿਰਭਰ ਕਰਦੀ ਹੈ। ਭਾਵ ਕਿ ਰਫ਼ਤਾਰ ਕਿੰਨੀ ਹੋਊਗੀ, ਕਹਿੰਦੇ ਜਿੰਨੀ ਉੱਚੀਓਂ ਆਊਗੀ ਉਨੀ ਰਫ਼ਤਾਰ ਤੇਜ਼ ਹੋਊਗੀ, ਜਿੰਨਾ ਨੇੜਿਓਂ ਡਿੱਗੂਗੀ ਉਨੀ ਰਫ਼ਤਾਰ ਘੱਟ ਹੋਊਗੀ। ਇਹ ਚੀਜ਼ ਨੂੰ ਉਸਨੇ ਸਿੱਧ ਕੀਤਾ। ਅਤੇ ਇਸੇ ਤਰ੍ਹਾਂ ਨਾਲ ਕਹਿੰਦੇ ਵਸਤੂ ਦੇ ਭਾਰ 'ਤੇ ਵੀ ਨਿਰਭਰ ਕਰਦੀ ਹੈ। ਜੇ ਭਾਰੀ ਹੋਊਗੀ ਤਾਂ ਵੀ ਤੇਜ਼ ਨਾਲ ਆਊਗੀ, ਜੇ ਹਲਕੀ ਹੋਊਗੀ ਤਾਂ ਹੌਲੀ ਆਊਗੀ। ਇਸੇ ਤਰ੍ਹਾਂ ਉਸਨੇ ਆਧੁਨਿਕ ਗਤੀ ਵਿਗਿਆਨ ਨੂੰ ਨਹੀਂ ਉਸਨੇ ਆਧੁਨਿਕ ਗਤੀ ਵਿਗਿਆਨ ਦੀ ਨਹੀਂ ਰੱਖੀ ਹੈਗੀ। ਭਾਵ ਉਹ ਕੀ ਹੈ, ਇੱਦਾਂ ਦੀਆਂ ਅਲੱਗ ਤਰ੍ਹਾਂ ਦੀਆਂ ਡਾਇਨਾਮਿਕ ਖੋਜਾਂ ਨੂੰ ਉਹ ਸਹਾਰਾ ਦਿੰਦੇ। ਫਿਜ਼ਿਕਸ ਤੋਂ ਬਾਅਦ ਕੈਮਿਸਟਰੀ ਆਉਂਦੀ ਹੈ। ਰਸਾਇਣ ਵਿਗਿਆਨ। ਰਸਾਇਣਕ ਵਿਗਿਆਨ ਦੇ ਵਿੱਚ ਪੁਰਾਤਨ ਕਿਮਿਆਗਰੀ ਆਧੁਨਿਕ ਰਸਾਇਣਕ ਵਿਗਿਆਨ ਦਾ ਰੂਪ ਧਾਰਨ ਕਰ ਲੈਂਦਾ ਹੈ, ਜਿਹਦੇ ਵਿੱਚ ਪੈਰਾਸੈਲਸਸ ਅਤੇ ਕੋਰਡਸ ਇਸ ਕਾਲ ਦੇ ਰਸਾਇਣਕ ਵਿਗਿਆਨੀ ਅਤੇ ਉੱਘੇ ਸਾਇੰਸਦਾਨ ਹੋਏ। ਪੈਰਾਸੈਲਸਸ ਇਸ ਸਿਧਾਂਤ ਦੀ ਕਾਢ ਕੱਢੀ ਕਿ ਮਨੁੱਖ ਦੇ ਸਰੀਰ 'ਚ ਪ੍ਰਤੀਕਿਰਿਆਵਾਂ ਕਾਰਨ ਰਸਾਇਣਕ ਪਰਿਵਰਤਨ ਹੁੰਦੇ ਨੇ। ਭਾਵ ਉਸਨੇ ਰਸਾਇਣਕ ਪਦਾਰਥਾਂ ਦੀਆਂ ਦਵਾਈਆਂ ਵਜੋਂ ਵਰਤੋਂ ਕਰਨ ਦੇ ਸਫਲ ਤਜਰਬੇ ਕੀਤੇ। ਉਸਨੇ ਕਾਰਬਨ ਗੈਸ ਦੀ ਖੋਜ ਕੀਤੀ, ਸਿੱਧ ਕੀਤਾ ਗੈਸਾਂ ਵਾਤਾਵਰਨ ਅਤੇ ਹਵਾ ਦੀਆਂ ਵੱਖ-ਵੱਖ ਕਿਸਮਾਂ 'ਚ ਹੁੰਦੀਆਂ ਨੇ। ਉਸ ਤੋਂ ਬਾਅਦ ਆ ਗਿਆ ਚਿਕਿਤਸਾ ਵਿਗਿਆਨ, ਮੈਡੀਕਲ ਸਾਇੰਸ ਆਈ। ਮੈਡੀਕਲ ਸਾਇੰਸ ਦੇ ਵਿੱਚ ਆਪਾਂ ਗੱਲ ਹੈ ਜਿਹੜੀ ਉਹ ਕਰਦੇ ਹਾਂ ਚਿਕਿਤਸਾ ਵਿਗਿਆਨ ਦੀ, ਜਿਹਦੇ ਵਿੱਚ ਇੰਗਲੈਂਡ ਦਾ ਵਿਗਿਆਨੀ ਸੀ ਜਿਹੜਾ ਬਲੇਸੀਅਸ ਸੀ ਜਿਹੜਾ, ਉਸਨੇ ਇੰਗਲੈਂਡ ਦੇ ਵਿਗਿਆਨੀ ਵਿਲੀਅਮ ਹਾਰਵੇ ਨੇ ਇਸ ਵਿਗਿਆਨ ਦੇ ਵਿਕਾਸ 'ਚ ਮਹੱਤਵਪੂਰਨ ਯੋਗਦਾਨ ਹੈ ਜਿਹੜਾ ਉਹ ਪਾਇਆ, ਜਿਹਦੇ ਸੰਬੰਧੀ ਖੋਜਾਂ 'ਚ ਲਿਖਿਆ ਕਿ ਸਰੀਰ ਦੇ ਸਾਰੇ ਅੰਗਾਂ ਦਾ ਸੂਖਮ ਅਧਿਐਨ ਕੀਤਾ ਜਾਂਦਾ ਹੈ। ਵਿਲੀਅਮ ਹਾਰਵੇ ਸਿੱਧ ਕਰਦਾ ਹੈ ਲਹੂ ਦਿਲ 'ਚੋਂ ਧਮਨੀਆਂ 'ਚ ਜਾਂਦਾ ਹੈ, ਧਮਨੀਆਂ 'ਚੋਂ ਨਾੜੀਆਂ 'ਚ ਹੁੰਦਾ, ਵਾਪਸ ਦਿਲ 'ਚ ਪਹੁੰਚਦਾ ਹੈ, ਸ਼ੁੱਧ ਹੋ ਕੇ ਫਿਰ ਅੱਗੇ ਧਮਨੀਆਂ 'ਚ ਚਲਾ ਜਾਂਦਾ ਹੈ। ਇਹ ਚਿਕਿਤਸਾ ਵਿਗਿਆਨ 'ਚ ਕ੍ਰਾਂਤੀਕਾਰੀ ਦੇਣ ਮੰਨਿਆ ਜਾਂਦਾ ਹੈ। ਫਿਰ ਆਇਆ ਮੈਥਮੈਟਿਕਸ। ਗਣਿਤ ਦੇ ਖੇਤਰ 'ਚ ਵੀ ਪੱਛਮੀ ਦੇਸ਼ਾਂ ਨੇ ਯੂਰਪ ਤੋਂ ਬਹੁਤ ਕੁਝ ਸਿੱਖਿਆ। 14ਵੀਂ ਸਦੀ ਦੇ ਵਿੱਚ ਯੂਰਪ ਦੇ ਵਿੱਚ ਰੋਮਨ ਅੰਕੜਾ ਪ੍ਰਣਾਲੀ ਦੋਸ਼ਪੂਰਨ ਮੰਨੀ ਜਾਂਦੀ ਸੀਗੀ। ਰੋਮਨ ਅੰਕੜਾ ਪ੍ਰਣਾਲੀ ਤਾਂ ਸਮਝਦੇ ਹੋ, ਜਿਵੇਂ ਉਹ ਆਪਣੇ ਕੋਲ ਲਿਖੇ ਹੁੰਦੇ ਨੇ, ਜਿਵੇਂ ਦੇਖੋ ਇੱਕ ਲਿਖਿਆ ਹੁੰਦਾ, ਇਸ ਤਰ੍ਹਾਂ 2, ਠੀਕ ਹੈ, ਫਿਰ ਇੱਦਾਂ ਹੁੰਦਾ 3, ਫਿਰ ਇੱਦਾਂ ਹੁੰਦਾ 4, ਆਹ ਆ ਗਿਆ 5। ਇਹ ਆਪਣੀਆਂ ਰੋਮਨ ਅੰਕੜਾ ਪ੍ਰਣਾਲੀਆਂ ਨੇ ਜਿਹੜੀਆਂ ਉਹ ਆਪਾਂ ਮੰਨਦੇ ਹਾਂ। ਅਤੇ ਇਹਨਾਂ ਅੰਕੜਾ ਪ੍ਰਣਾਲੀ ਨੂੰ ਪ੍ਰਚਲਿਤ ਹੋਣ ਲੱਗੀ ਤਾਂ ਉਸਨੇ ਇਸ ਨੂੰ ਉਪਯੋਗੀ ਸਿੱਧ ਹੋਈ ਅਤੇ ਇਸ ਦੇ ਨਾਲ ਇਸ਼ਾਰੀਆ ਭਾਵ ਦਸ਼ਮਲਵ ਪ੍ਰਣਾਲੀ ਦਾ ਵਿਕਾਸ ਹੁੰਦਾ ਹੈ। ਇਸ ਕਾਲ ਦੇ ਵਿੱਚ ਤਰਤਗਲੀਆ ਫਰਾਏ, ਕੈਪਲਰ, ਡੇਰਾਸਗੋਇਸ, ਸਟੇਫਨ ਨੇਪੀਅਰ ਵਰਗੇ ਉੱਘੇ ਗਣਿਤ ਸ਼ਾਸਤਰੀ ਹੋਏ, ਜਿਨ੍ਹਾਂ ਨੇ ਆਪਣੀਆਂ ਖੋਜਾਂ ਰਾਹੀਂ ਗਣਿਤ ਦੀਆਂ ਸ਼ਾਖਾਵਾਂ ਦਾ ਵਿਕਾਸ ਕੀਤਾ। ਹੋਰ ਇਹ ਯਾਦਾਂ ਕਿਹੜੀਆਂ ਨੇ? ਪੁਨਰ ਜਾਗਰਣ ਕਾਲ ਦੇ ਵਿੱਚ ਸਾਇੰਸ ਦੇ ਵੱਖ-ਵੱਖ ਵਿਸ਼ਿਆਂ ਤੋਂ ਇਲਾਵਾ ਹੋਰ ਬਹੁਤ ਖੋਜਾਂ ਹੋਈਆਂ, ਜਿਹਦੇ ਵਿੱਚ ਕ੍ਰਾਂਤੀਕਾਰੀ ਪਰਿਵਰਤਨ ਲਿਆਉਂਦਾ। ਪਹਿਲਾ ਹੁੰਦਾ ਪ੍ਰਿੰਟਿੰਗ ਪ੍ਰੈਸ, ਛਾਪਾਖਾਨਾ। ਮੱਧਕਾਲ 'ਚ ਛਾਪਾਖਾਨਾ ਨਹੀਂ ਹੁੰਦਾ ਸੀ। ਸਰਕਾਰੀ ਦਸਤਾਵੇਜ਼ ਅਤੇ ਪੁਸਤਕਾਂ ਹੱਥ ਨਾਲ ਲਿਖੀਆਂ ਜਾਂਦੀਆਂ ਸੀ। 1454 ਦੇ ਵਿੱਚ ਜਰਮਨੀ ਦੇ ਵਿੱਚ ਜੌਨ ਗੁਟਨਬਰਗ, ਪਿੱਛੇ ਵੀ ਆਪਾਂ ਨੇ ਪੜ੍ਹਿਆ ਸੀਗਾ, ਜੌਨ ਗੁਟਨਬਰਗ ਨੇ ਸਭ ਤੋਂ ਪਹਿਲਾਂ ਛਾਪੇਖਾਨੇ ਦੀ ਇਜਾਦ ਕੀਤੀ। ਛਾਪਾਖਾਨਾ 1477 'ਚ ਵਿਲੀਅਮ ਕੈਕਸਟਨ ਨਾਮਕ ਅੰਗਰੇਜ਼ ਨੇ ਇੰਗਲੈਂਡ 'ਚ ਪਹਿਲਾ ਛਾਪਾਖਾਨਾ ਲਗਾਇਆ। ਹੌਲੀ ਹੌਲੀ ਯੂਰਪ ਦੇ ਦੇਸ਼ਾਂ ਦੇ ਵਿੱਚ ਛਾਪੇਖਾਨੇ ਨੇ ਜਿਹੜੇ ਉਹ ਸਥਾਪਿਤ ਹੋਣ ਲੱਗ ਪਏ, ਅਤੇ ਜਿਹਦੇ ਸਿੱਟੇ ਵਜੋਂ ਸਿੱਖਿਆ ਅਤੇ ਸਾਹਿਤ ਦਾ ਵਿਕਾਸ ਹੋਇਆ, ਲੋਕਾਂ 'ਚ ਜਾਗਰਤੀ ਆਈ। ਪੁਨਰ ਜਾਗਰਣ ਦਾ ਅਧੂਰਾ ਕੰਮ ਸੀ ਜਿਹੜਾ ਉਸਨੂੰ ਪੂਰਾ ਕੀਤਾ ਛਾਪੇਖਾਨੇ ਨੇ। ਭਾਰਤ 'ਚ ਜੇ ਆਪਾਂ ਗੱਲ ਕਰੀਏ ਛਾਪਾਖਾਨਾ ਤਾਂ ਪੁਰਤਗਾਲੀ ਲੈ ਕੇ ਆਏ ਸੀ, ਪੁਰਤਗਾਲੀਆਂ ਨੇ ਖੋਜ ਕੀਤੀ। ਗੋਲਾ ਬਾਰੂਦ ਦੀ ਇਜਾਦ ਸਭ ਤੋਂ ਪਹਿਲਾਂ ਚੀਨੀਆਂ ਨੇ ਕੀਤਾ। ਅਰਬਾਂ ਨੇ ਇਸ ਦੀ ਵਰਤੋਂ ਕੀਤੀ। 14ਵੀਂ ਸਦੀ ਦੇ ਵਿੱਚ ਯੂਰਪੀ ਮਹਾਂਦੀਪ ਸੀ ਜਿਹੜਾ, ਯੂਰਪੀ ਮਹਾਂਦੀਪ ਦੇ ਵਿੱਚ ਗੋਲਾ ਬਾਰੂਦ ਦਾ ਜਿਹੜਾ ਵਿਕਾਸ ਹੈ ਉਹ ਆਪਾਂ ਮੰਨਦੇ ਹਾਂ ਕਿ ਯੂਰਪੀ ਮਹਾਂਦੀਪ ਦੇ ਵਿੱਚ ਗੋਲਾ ਬਾਰੂਦ ਦਾ ਵਿਕਾਸ ਹੋਣ ਲੱਗ ਪਿਆ। ਪੱਥਰਾਂ ਦੇ ਗੋਲਿਆਂ ਦੀ ਸਭ ਤੋਂ ਪਹਿਲਾਂ ਵਰਤੋਂ ਹੋਣ ਲੱਗ ਪਈ, ਜਿਨ੍ਹਾਂ 'ਚ ਪੱਥਰਾਂ ਅਤੇ ਗੋਲਿਆਂ ਦੀ ਵਰਤੋਂ ਤੋਂ ਬਾਅਦ ਲੋਹੇ ਦੇ ਗੋਲਿਆਂ ਦੀ ਵਰਤੋਂ ਹੋਣ ਲੱਗ ਪਈ। ਬੰਦੂਕਾਂ ਤਿਆਰ ਹੋਣ ਲੱਗ ਪਈਆਂ। ਯੁੱਧ ਕਲਾ ਦਾ ਮਹੱਤਵਪੂਰਨ ਪਰਿਵਰਤਨ ਜਿਹੜਾ ਉਹ ਆਇਆ। ਉਸ ਤੋਂ ਬਾਅਦ ਹੁੰਦਾ ਕੁਤਬਨੁਮਾ ਕੀ ਹੁੰਦਾ? ਕਪਾਸ ਕਹਿੰਦੇ ਹਾਂ ਜਿਸ ਨੂੰ ਆਪਾਂ। ਕਪਾਸ ਦੀ ਵਰਤੋਂ ਸਭ ਤੋਂ ਪਹਿਲਾਂ ਚੀਨ 'ਚ ਕੀਤੀ ਗਈ। ਅਲੈਗਜ਼ੈਂਡਰ ਨੇਕਮ 12ਵੀਂ ਸਦੀ ਦੇ ਵਿੱਚ ਰਚੀ ਆਪਣੀ ਪੁਸਤਕ ਕੁਤਬਨੁਮਾ ਕੰਪਾਸ ਦੀ ਉਪਯੋਗਤਾ ਦਾ ਉਲੇਖ ਕਰਦਾ ਹੈ। ਪੁਨਰ ਜਾਗਰਣ ਦੇ ਵਿੱਚ ਜਹਾਜ਼ਰਾਨੀ ਕੁਤਬਨੁਮਾ ਦੀ ਆਮ ਵਰਤੋਂ ਸ਼ੁਰੂ ਹੋਣ ਲੱਗ ਪਈ।
ਸਮੁੰਦਰੀ ਯਾਤਰਾ ਸੁਗਮ ਅਤੇ ਸੁਰੱਖਿਅਤ ਹੋਈ ਕੰਪਾਸ ਦੇ ਰਾਹੀਂ, ਕਿਉਂਕਿ ਦਿਸ਼ਾਵਾਂ ਦਾ ਪਤਾ ਸਮੁੰਦਰੀ ਰਸਤਿਆਂ ਦੇ ਵਿੱਚ ਕੰਪਾਸ ਰਾਹੀਂ ਲੱਗਦਾ, ਵੈਸੇ ਕੋਈ ਉੱਤਰ ਪੱਛਮ ਪਤਾ ਨਹੀਂ ਲੱਗ ਰਿਹਾ ਸੀਗਾ। ਇਹ ਸੀਗਾ ਵਿਗਿਆਨਿਕ ਖੋਜਾਂ। ਉਸ ਤੋਂ ਬਾਅਦ ਭੂਗੋਲਿਕ ਖੇਤਰ ਦੀਆਂ ਖੋਜਾਂ ਬਾਰੇ ਗੱਲ ਕਰਦੇ ਹਾਂ। ਭੂਗੋਲਿਕ ਖੇਤਰ ਦੇ ਵਿੱਚ ਵੀ ਵਿਸ਼ਵ ਇਤਿਹਾਸ ਸੀ ਜਿਹੜਾ, ਹੋਰ ਅਨੇਕਾਂ ਤਰ੍ਹਾਂ ਦੇ ਮਹੱਤਵਪੂਰਨ ਆਪਾਂ ਸਮਾਂ ਨਹੀਂ ਮੰਨਦੇ। ਪੁਨਰ ਜਾਗਰਣ ਕਾਲ ਦੇ ਵਿੱਚ ਵਿਚਾਰਧਾਰਕ ਪਰਿਵਰਤਨ ਆਏ, ਧਰਤੀ ਚਪਟੀ ਹੈ ਇਹ ਚੀਜ਼ ਬਾਰੇ ਪਤਾ ਲੱਗਿਆ, ਸੰਦੇਹਪੂਰਨ ਸੀ, ਬਾਅਦ 'ਚ ਪੜਤਾਲਾਂ ਹੋਈਆਂ, ਧਰਤੀ ਦੇ ਇਰਦ ਗਿਰਦ ਲੰਬੀਆਂ ਯਾਤਰਾਵਾਂ ਕੀਤੀਆਂ, ਇਹਦਾ ਕੰਪਾਸ ਦੇ ਅਵਿਸ਼ਕਾਰ, ਪੂਰਬ ਵੱਲ ਨਵੇਂ ਵਪਾਰਕ ਰਸਤਿਆਂ ਦੀ ਤਲਾਸ਼ ਕੀਤੀ, ਕੁਸਤਨਤੂਨੀਆ ਉੱਤੇ ਤੁਰਕਾਂ ਦੇ ਕਬਜ਼ੇ ਕਾਰਨ ਤੁਰਕੀ ਰਾਹੀਂ ਪੂਰਬ ਵੱਲ ਜਾਣ ਦਾ ਰਸਤਾ ਯੂਰਪੀਅਨਾਂ ਲਈ ਬੰਦ ਹੋ ਗਿਆ। ਉੱਦਮੀ ਯੂਰਪੀ ਖੋਜਕਾਰਾਂ ਨੂੰ ਨਵੇਂ ਸਮੁੰਦਰੀ ਰਸਤੇ ਤਲਾਸ਼ਣ ਦੇ ਲਈ ਪ੍ਰੇਰਿਤ ਕੀਤਾ ਇਸ ਕੰਪਾਸ ਨੇ, ਕਿਉਂਕਿ ਹੋਰ ਰਸਤਿਆਂ ਰਾਹੀਂ ਜਾਣੇ ਸ਼ੁਰੂ ਹੋ ਗਏ। ਨਵੇਂ ਸਮੁੰਦਰੀ ਮਾਰਗ ਖੋਜੇ ਗਏ, ਜਿਸ ਰਾਹੀਂ ਉਹਨਾਂ ਨੂੰ ਲੋਕਾਂ ਨੂੰ ਨਵੀਂ ਜਾਗਰਤੀ ਹੈ ਜਿਹੜੀ ਉਹ ਆਈ। ਕੰਪਾਸ ਹੈ ਜਿਹੜੀ ਇੱਕ ਤਰ੍ਹਾਂ ਨਾਲ ਲੋਕਾਂ ਦੇ ਵਿੱਚ ਨਵੀਂ ਵਿਚਾਰਧਾਰਾ, ਨਵੀਂ ਸੋਚ, ਨਵੇਂ ਰਸਤੇ ਲੱਭਣ ਦੇ ਸਮੁੰਦਰ ਦੇ ਰਾਹੀਂ ਲੋਕਾਂ 'ਚ ਪ੍ਰੇਰਨਾ ਸਰੋਤ ਬਣਦੀ ਹੈ। ਭੂਗੋਲਿਕ ਖੋਜਾਂ ਤੋਂ ਦੀ ਦਿਸ਼ਾ ਵੱਲ ਪੁਰਤਗਾਲ ਦੇ ਵਿੱਚ ਪਹਿਲਾਂ 1486 ਦੇ ਵਿੱਚ ਪੁਰਤਗਾਲੀ ਨਾਮਕ ਡਿਵਾਜ਼ ਨੇ ਅਫਰੀਕਾ ਦੇ ਦੱਖਣੀ ਕਿਨਾਰਿਆਂ ਦਾ ਚੱਕਰ ਲਗਾਇਆ, ਅਤੇ 1498 'ਚ ਪੁਰਤਗਾਲ ਦਾ ਵਾਸਕੋ ਡੀ ਗਾਮਾ ਡਿਆਜ਼ ਦੁਆਰਾ ਖੋਜੇ ਗਏ ਮਾਰਗ ਦੱਖਣੀ ਅਫਰੀਕਾ ਤੋਂ ਹੁੰਦਿਆਂ ਭਾਰਤ ਦੇ ਪੱਛਮੀ ਤੱਟ ਕਾਲੀਘਾਟ ਬੰਦਰਗਾਹ ਦੇ ਉੱਤੇ ਪੁੱਜਦਾ ਹੈ। ਇਸ ਤਰ੍ਹਾਂ ਪੱਛਮ ਤੋਂ ਪੂਰਬ ਵੱਲ ਇੱਕ ਨਵਾਂ ਸਮੁੰਦਰੀ ਰਸਤਾ ਹੋਂਦ 'ਚ ਆਇਆ। 1492 ਨੂੰ ਕ੍ਰਿਸਟੋਫਰ ਕੋਲੰਬਸ ਅਮਰੀਕਾ ਦਾ ਪਤਾ ਲਗਾਉਂਦਾ ਹੈ, ਕਿਉਂਕਿ ਪਹਿਲਾਂ ਜਿਹੜੇ ਇਹ ਦੇਸ਼ ਸੀਗੇ ਇੱਕ ਦੂਜੇ ਨਾਲ ਸਮੁੰਦਰੀ ਰਸਤਿਆਂ ਨਾਲ ਘਿਰੇ ਹੋਏ ਨੇ, ਤਾਂ ਇਹਨਾਂ ਕੰਪਾਸ ਦੀ ਵਰਤੋਂ ਨਾਲ ਕਹਿੰਦੇ ਉਹ ਸਮੁੰਦਰੀ ਰਸਤਿਆਂ ਰਾਹੀਂ ਇੱਕ ਦਿਨਾਂ ਦੇਸ਼ਾਂ ਨੂੰ ਇੱਕ ਦੂਜੇ ਨਾਲ ਜੋੜਨ ਦਾ ਕੰਮ ਕਰਦੇ ਨੇ। ਦੱਖਣੀ ਅਫਰੀਕਾ ਦੇ ਇਰਦ ਗਿਰਦ ਚੱਕਰ ਕੱਟਣ ਉਪਰੰਤ ਇੱਕ ਨਵੇਂ ਸਮੁੰਦਰ, ਜਿਸ ਨੂੰ ਉਸਨੇ ਪੈਸੀਫਿਕ ਓਸ਼ਨ ਦਾ ਨਾਂ ਦਿੱਤਾ, ਪਾਰ ਕੀਤਾ, ਫਿਲੀਪੀਨ ਟਾਪੂ 'ਤੇ ਪੁੱਜਦਾ। ਅਤੇ ਭੂਗੋਲਿਕ ਖੋਜਾਂ ਦੇ ਸਿੱਟੇ ਵਜੋਂ ਯੂਰਪੀ ਦੇਸ਼ ਵਪਾਰ, ਆਰਥਿਕ ਸਾਧਨਾਂ ਦਾ ਵਿਕਾਸ ਹੈ ਜਿਹੜਾ ਉਹ ਹੋਣਾ ਸ਼ੁਰੂ ਹੋਇਆ। ਉਪਨਿਵੇਸ਼ਕਾਰਾਂ ਨੂੰ ਉਤਸ਼ਾਹ ਹੈ ਜਿਹੜਾ ਉਹ ਮਿਲਣਾ ਸ਼ੁਰੂ ਹੁੰਦਾ, ਭਾਵ ਵਪਾਰ ਸੀ ਜਿਹੜਾ ਉਹ ਉੱਨਤੀ ਵੱਲ ਨੂੰ ਜਾਣਾ ਸ਼ੁਰੂ ਹੋਇਆ। ਉਸ ਤੋਂ ਬਾਅਦ ਪੁਨਰ ਜਾਗਰਣ ਦੇ ਪ੍ਰਭਾਵ ਪੜ੍ਹਦੇ ਹਾਂ ਆਪਾਂ। ਇਹ ਸੀਗੇ ਪੁਨਰ ਜਾਗਰਣ ਸੀ ਜਿਹੜਾ ਕਿਹੜੇ ਕਿਹੜੇ ਖੇਤਰਾਂ ਰਾਹੀਂ ਹੁੰਦਾ ਹੋਇਆ ਯੂਰਪੀ ਮਹਾਂਦੀਪ ਦੇ ਵਿੱਚ ਚੱਲਦਾ ਹੈ। ਪਹਿਲਾਂ ਆਪਾਂ ਸਾਹਿਤ ਪੜ੍ਹਿਆ, ਫਿਰ ਚਿੱਤਰਕਲਾ, ਮੂਰਤੀ ਕਲਾ, ਭਵਨ ਨਿਰਮਾਣ ਕਲਾ, ਸੰਗੀਤ ਕਲਾ ਤੋਂ ਹੁੰਦਾ ਹੋਇਆ ਵਿਗਿਆਨਿਕ ਖੋਜਾਂ, ਭੂਗੋਲਿਕ ਖੋਜਾਂ ਤੱਕ ਇਹਨਾਂ ਰਸਤਿਆਂ ਰਾਹੀਂ ਹੁੰਦਾ, ਲੋਕਾਂ ਦੇ ਵਿੱਚ ਵਿਸ਼ਵਾਸ ਪੈਦਾ ਕਰਦੇ। ਅਤੇ ਫਿਰ ਉਹਦੇ ਪ੍ਰਭਾਵ ਪਏ, ਕਹਿੰਦੇ ਕੀ ਪ੍ਰਭਾਵ ਪਏ, ਲੋਕਾਂ ਦਾ ਦ੍ਰਿਸ਼ਟੀਕੋਣ ਬਦਲਤਾ। ਲੋਕਾਂ ਦਾ ਜਦੋਂ ਦ੍ਰਿਸ਼ਟੀਕੋਣ, ਭਾਵ ਲੋਕਾਂ 'ਚ ਸ਼ੱਕ ਪੈਦਾ ਕਰਤੀ, ਅੰਧ ਵਿਸ਼ਵਾਸਾਂ ਤੋਂ ਲੋਕ ਬਾਹਰ ਆਉਣੇ ਸ਼ੁਰੂ ਹੋ ਗਏ। ਦ੍ਰਿਸ਼ਟੀਕੋਣ ਬਦਲਣ ਦੇ ਨਾਲ ਕਹਿੰਦੇ ਯੁੱਗ ਪਲਟਾਊ ਘਟਨਾਵਾਂ ਦੇ ਤੌਰ 'ਤੇ ਇਹ ਖੋਜਾਂ ਸਹਾਇਕ ਸਿੱਧ ਹੋਈਆਂ ਨੇ। ਪੁਨਰ ਜਾਗਰਣ ਦੀ ਜਿਹੜੀ ਲਾਲਸਾ ਸੀ ਉਹ ਲਾਲਸਾ ਹੁਣ ਕਹਿੰਦੇ ਪੂਰੀ ਹੋਣ ਦੀ ਕਗਾਰ 'ਤੇ ਪੁੱਜ ਜਾਂਦੀ ਹੈ। ਲੋਕਾਂ ਦੀ ਵਿਚਾਰਧਾਰਾ 'ਚ ਨਵੇਂ ਕ੍ਰਾਂਤੀਕਾਰੀ ਪਰਿਵਰਤਨ ਨੇ ਜਿਹੜੇ ਉਹ ਆਉਣੇ ਸ਼ੁਰੂ ਹੋ ਗਏ। ਸਭ ਤੋਂ ਪਹਿਲਾਂ ਆਪਾਂ ਸਮਾਜਿਕ ਅਤੇ ਧਾਰਮਿਕ ਪ੍ਰਭਾਵ ਪੜ੍ਹਦੇ ਹਾਂ। ਜਿਗਿਆਸਾ ਦੀ ਭਾਵਨਾ। ਜਿਗਿਆਸਾ ਦੀ ਭਾਵਨਾ ਤੋਂ ਕੀ ਭਾਵ ਹੈ, ਕਹਿੰਦੇ ਹੁਣ ਲੋਕਾਂ 'ਚ ਜਿਗਿਆਸਾ ਦੀ ਭਾਵਨਾ, ਜਿਗਿਆਸਾ ਕੀ ਹੁੰਦੀ ਹੈ, ਹੋਰ ਬਹੁਤ ਕੁਝ ਜਾਣਨਾ, ਜਿੰਨਾ ਕੁ ਮਿਲਦਾ ਓਨੇ ਕੁ 'ਚ ਨਹੀਂ ਵਿਸ਼ਵਾਸ ਕਰਨਾ, ਉਸ ਤੋਂ ਵੀ ਜ਼ਿਆਦਾ ਜਾਣਨ ਦੀ ਕੋਸ਼ਿਸ਼ ਕਰਨਾ, ਭਾਵ ਲਾਲਸਾ ਪੈਦਾ ਹੋਣੀ, ਵਿਗਿਆਨਕ ਦ੍ਰਿਸ਼ਟੀਕੋਣ ਉਤਪੰਨ ਕਰਨਾ। ਯੂਰਪੀਅਨ ਲੋਕ ਸਦੀਆਂ ਤੋਂ ਅੰਧ ਵਿਸ਼ਵਾਸਾਂ 'ਚ, ਵਹਿਮਾਂ 'ਚ ਪ੍ਰਚਲਿਤ ਸੀਗੇ, ਲੇਕਿਨ ਪੁਨਰ ਜਾਗਰਣ ਨੇ ਉਹਨਾਂ ਲੋਕਾਂ ਦੇ ਵਿੱਚ ਇੱਕ ਨਵੀਂ ਜਿਗਿਆਸਾ ਸੀ ਜਿਹੜੀ ਉਹ ਪੈਦਾ ਕੀਤੀ, ਜਿਹਦੇ ਰਾਹੀਂ ਉਹ ਹਰ ਇੱਕ ਚੀਜ਼ ਦੇ ਉੱਤੇ ਤਰਕ ਲੱਗਦੇ ਨੇ। ਗ੍ਰਹਿਣ ਕਿਉਂ ਲੱਗਦਾ ਹੈ, ਉਹ ਸਿੱਧਾ ਗਿਆਨ ਨਵੇਂ ਤਰੀਕਿਆਂ ਨਾਲ ਕੱਢਣ ਦੀ ਕੋਸ਼ਿਸ਼ ਕਰਦੇ ਨੇ, ਅੰਧ ਵਿਸ਼ਵਾਸ ਨਹੀਂ ਕਰਦੇ। ਕ੍ਰਾਂਤੀਕਾਰੀ ਪਰਿਵਰਤਨ ਆਏ, ਵਹਿਮਾਂ ਭਰਮਾਂ, ਵਿਅਰਥ ਪ੍ਰਥਾਵਾਂ ਨੂੰ ਤਿਆਗ ਦਿੰਦੇ ਨੇ। ਉਹ ਹਰ ਇੱਕ ਨੂੰ ਤਰਕ ਦੀ ਕਸੌਟੀ ਦੇ ਉੱਤੇ ਪਰਖ ਕੇ ਫਿਰ ਉਸ ਵਿਚਾਰਧਾਰਾ 'ਤੇ ਵਿਸ਼ਵਾਸ ਕਰਨਾ ਲੈਂਦਾ। ਅੰਨ੍ਹੇਵਾਹ ਕਿਸੇ 'ਤੇ ਵਿਸ਼ਵਾਸ ਨਹੀਂ ਹੋਇਆ। ਨਵੀਆਂ ਵਿਗਿਆਨਿਕ ਖੋਜਾਂ ਵੱਲ ਨੂੰ ਲੋਕਾਂ ਦਾ ਦਿਮਾਗ ਸੀ ਜਿਹੜਾ ਕੰਮ ਕਰਨਾ ਸ਼ੁਰੂ ਕਰ ਦਿੰਦਾ। ਮਾਨਵਤਾਵਾਦ ਦੀ ਭਾਵਨਾ। ਪਹਿਲਾਂ ਲੋਕ ਪੁਨਰ ਜਾਗਰਣ 'ਚ ਧਰਮ ਤੱਕ ਸੀਮਿਤ ਸੀਗੇ, ਧਰਮ ਨੂੰ ਸਭ ਤੋਂ ਸ੍ਰੇਸ਼ਟ ਮੰਨਦੇ ਨੇ, ਕਹਿੰਦੇ ਮਨੁੱਖ ਨਫ਼ਰਤ ਕਰਦਾ ਸੀ। ਲੇਕਿਨ ਇਸ ਪੁਨਰ ਜਾਗਰਣ ਦੇ ਦ੍ਰਿਸ਼ਟੀਕੋਣ ਨੇ, ਕਿਉਂਕਿ ਇੱਦਾਂ ਦੇ ਕੰਮ ਹੋਏ ਜਿਹਦੇ 'ਚ ਲੋਕ ਮਿਲ ਕੇ ਇੱਕ ਦੂਜੇ ਦੀ ਮਦਦ ਨਾਲ ਅੱਗੇ ਜਾ ਸਕਦੇ ਸੀ। ਮਾਨਵਤਾਵਾਦੀ ਭਾਵਨਾਵਾਂ ਨੇ ਜਿਹੜੀਆਂ ਉਹ ਹੋਂਦ 'ਚ ਆਈਆਂ। ਮਨੁੱਖ ਦੇ ਜੀਵਨ ਦੀ ਮਹੱਤਤਾ ਨੂੰ ਸਵੀਕਾਰ ਕੀਤਾ ਕਿ ਮਨੁੱਖ ਜਿਉਂਦਾ ਰਹਿ ਕੇ ਆਪਣੇ ਜੀਵਨ ਨੂੰ ਕਿਵੇਂ ਸਰਲ ਅਤੇ ਸੁਖਾਲਾ ਬਣਾ ਸਕਦਾ ਹੈ। ਇੱਕ ਮਨੁੱਖ ਦੂਜਿਆਂ ਦੇ ਲਈ ਕਲਿਆਣਕਾਰੀ ਸਿੱਧ ਹੋ ਸਕਦਾ ਹੈ। ਇਸ ਤਰ੍ਹਾਂ ਨਾਲ ਮਨੁੱਖ ਦੀ ਸ਼ਕਤੀ ਦੇ ਉੱਤੇ ਅਟੱਲ ਵਿਸ਼ਵਾਸ ਕੀਤਾ ਜਾ ਸਕਦਾ ਹੈ। ਕਹਿੰਦੇ ਸਾਨੂੰ ਇਹਨਾਂ ਅੰਧ ਵਿਸ਼ਵਾਸਾਂ ਤੋਂ ਬਾਹਰ ਕੱਢ ਕੇ ਲੋਕ ਸੀ ਜਿਹੜੇ ਫਿਰ ਧਰਮ ਸ਼ਾਸਤਰ ਦੇ ਅਧਿਐਨ ਦੀ ਥਾਂ ਦੇ ਉੱਤੇ ਮਾਨਵਤਾ ਦਾ ਅਧਿਐਨ ਕਰਨਾ ਸ਼ੁਰੂ ਕਰ ਦਿੰਦੇ ਨੇ। ਇਕੱਲਾ ਧਾਰਮਿਕ ਪੁਸਤਕਾਂ ਪੜ੍ਹਨ ਨਾਲ ਨਹੀਂ ਕੁਝ ਹੁੰਦਾ,
ਮਾਨਵਤਾਵਾਦੀ ਭਾਵਨਾਵਾਂ ਸਾਡੀਆਂ ਮਾਨਵਤਾ ਜਾਂ ਮਨੁੱਖ ਨੂੰ ਜਾਣਨ ਦੀ ਜਦੋਂ ਕੋਸ਼ਿਸ਼ ਕਰਾਂਗੇ ਤਾਂ ਕਹਿੰਦੇ ਅਸੀਂ ਉਸ ਤੋਂ ਹੋਰ ਖੁਸ਼ਹਾਲ ਆਨੰਦਪੂਰਨ ਜੀਵਨ ਬਤੀਤ ਕਰ ਸਕਦੇ ਹਾਂ। ਅਸੀਂ ਗਰੀਬੀ ਤੋਂ ਛੁਟਕਾਰਾ ਪਾ ਸਕਦੇ ਹਾਂ, ਤਿਆਗ ਦੀ ਭਾਵਨਾ ਤੋਂ ਛੁਟਕਾਰਾ ਪਾ ਸਕਦੇ ਹਾਂ, ਨੈਤਿਕਤਾ ਦੇ ਆਧਾਰ 'ਤੇ ਆਪਣੇ ਜੀਵਨ ਨੂੰ ਸੁਖਾਲਾ ਬਣਾ ਸਕਦੇ ਹਾਂ। ਇਸਤਰੀਆਂ ਦੀ ਸਥਿਤੀ ਦੇ ਵਿੱਚ ਸੁਧਾਰ। ਪੁਨਰ ਜਾਗਰਣ ਕਾਲ 'ਚ ਇਸਤਰੀਆਂ ਦੀ ਸਥਿਤੀ ਉੱਚ ਸ਼੍ਰੇਣੀ ਦੀਆਂ ਸਥਿਤੀਆਂ 'ਚ ਸੁਧਾਰ ਹੁੰਦਾ ਹੈ। ਪੁਰਸ਼ਾਂ ਦੇ ਸਮਾਨ ਅਧਿਕਾਰ ਪ੍ਰਾਪਤ ਹੁੰਦੇ ਨੇ। ਮੱਧ ਕਾਲ 'ਚ ਉਹਨਾਂ ਨੂੰ ਸਨਮਾਨਪੂਰਨ ਸਥਾਨ ਪ੍ਰਾਪਤ ਨਹੀਂ ਸੀ। ਇਸਤਰੀਆਂ ਦੇ ਮਨੁੱਖਾਂ ਦੇ ਵਿਚਕਾਰਲਾ ਭੇਦਭਾਵ ਹੈ ਜਿਹੜਾ ਉਹ ਖਤਮ ਹੋਣਾ ਸ਼ੁਰੂ ਹੋ ਗਿਆ। ਪਹਿਲਾਂ ਉਹਨਾਂ ਨੂੰ ਘਟੀਆ ਸਮਝਿਆ ਜਾਂਦਾ ਹੈ। ਪੁਨਰ ਜਾਗਰਣ ਦੇ ਰਾਹੀਂ ਸਿੱਖਿਆ ਦੇਣ ਦਾ ਮੌਕਾ, ਸਮਾਜਿਕ, ਆਰਥਿਕ, ਰਾਜਨੀਤਿਕ ਜੀਵਨ ਦੇ ਵਿੱਚ ਹਿੱਸਾ ਲੈਣ ਦੇ ਲਈ ਉਹਨਾਂ ਨੂੰ ਕਹਿੰਦੇ ਮੌਕੇ ਪ੍ਰਾਪਤ ਹੁੰਦੇ ਨੇ। ਪ੍ਰਮੁੱਖ ਇਸਤਰੀਆਂ ਹੋਈਆਂ ਕਸਾਂਡਰਾ ਫੇਡਡ, ਉਸ ਤੋਂ ਬਾਅਦ ਕੋਸਟਾਨਾ ਵਰੇਨੋ, ਵੋਰੋਨਿਕਾ ਗੈਂਬਾਰਾ, ਵਿਟੋਰੀਆ ਕਲੋਨਾ, ਅਨੇਕਾਂ ਤਰ੍ਹਾਂ ਦੀਆਂ ਪ੍ਰਸਿੱਧ ਵਿਦਵਾਨ ਇਸਤਰੀਆਂ ਯੂਰਪੀ ਮਹਾਂਦੀਪ 'ਚ ਹੋਈਆਂ। ਕਹਿੰਦੇ ਇਸ ਤੋਂ ਬਾਅਦ ਸੁੰਦਰ ਕੱਪੜੇ ਪਹਿਨਣ ਲੱਗ ਪਈਆਂ, ਵਾਲਾਂ ਨੂੰ ਰੰਗਣ ਲੱਗ ਪਈਆਂ। ਕਹਿੰਦੇ ਅਨੇਕਾਂ ਤਰ੍ਹਾਂ ਦੇ ਸੱਜ ਧੱਜ ਕੇ ਫੁੱਲ, ਹੀਰੇ, ਮੋਤੀ, ਨੌ ਪਾਲਸ, ਪਾਊਡਰ, ਲਿਪਸਟਿਕ ਭਾਵ ਆਪਣੇ ਆਪ ਨੂੰ ਸ਼ਿੰਗਾਰਨ ਲੱਗ ਪਈਆਂ। ਉਸ ਤੋਂ ਬਾਅਦ ਆਚਾਰ ਵਿਹਾਰ ਅਤੇ ਸ਼ਿਸ਼ਟਾਚਾਰ ਦੇ ਨਿਯਮ, ਮੈਨਰਜ਼ ਐਂਡ ਦਾ ਐਟੀਕੇਟਸ ਅਤੇ ਮੈਨਰਜ਼ ਭਾਵ ਉਹਨਾਂ ਦੇ ਵਿੱਚ ਇੱਕ ਚੰਗੇ ਆਚਰਨ ਵਿਵਹਾਰ ਪੈਦਾ ਹੋਏ। ਨਵੇਂ ਸਲੀਕਿਆਂ ਨਾਲ ਭੋਜਨ ਖਾਣ ਲੱਗ ਪਏ। ਪਹਿਲਾਂ ਤਾਂ ਅਸੀਂ ਹੱਥਾਂ ਨਾਲ, ਜਿਵੇਂ ਅੱਜ ਵੀ ਆਪਾਂ ਦੇਖਦੇ ਹਾਂ ਦੱਖਣ ਭਾਰਤ ਚੱਲ ਜਾਓ ਤੁਸੀਂ, ਅਸੀਂ ਪੱਤਿਆਂ ਦੇ ਉੱਤੇ ਚਾਵਲ, ਮੱਛੀ ਅਸੀਂ ਰੱਖ ਕੇ ਹੱਥਾਂ ਨਾਲ ਖਾਣ ਲੱਗ ਜਾਂਦੇ ਨੇ। ਤਾਂ ਕਹਿੰਦੇ ਹੁਣ ਕੀ ਆਇਆ, ਟੇਬਲ 'ਤੇ ਬੈਠ ਕੇ ਸਾਰਾ ਟੱਬਰ ਭੋਜਨ ਖਾਂਦਾ ਹੈ। ਕਾਹਦੇ ਨਾਲ? ਕਾਂਟੇ ਛੁਰੀਆਂ ਨਾਲ ਭੋਜਨ ਖਾਂਦੇ ਨੇ, ਚਮਚਿਆਂ ਨਾਲ ਭੋਜਨ ਖਾਂਦੇ ਨੇ। ਠੀਕ ਹੈ, ਇਸ ਤਰ੍ਹਾਂ ਨਾਲ ਆਮ ਤੌਰ 'ਤੇ ਪਿੱਤਲ, ਕਈ ਵਾਰੀ ਚਾਂਦੀ ਦੇ ਬਰਤਨਾਂ ਜਾਂ ਚਮਚਿਆਂ ਦੀ ਵਰਤੋਂ ਕੀਤੀ ਜਾਂਦੀ ਹੈ। ਗਰਮ ਮਸਾਲਿਆਂ ਦਾ ਭੋਜਨ ਹੈ ਜਿਹੜਾ ਉਹ ਵਰਤਿਆ ਜਾਂਦਾ। ਇਸ ਤਰ੍ਹਾਂ ਨਾਲ ਲੋਕਾਂ 'ਚ ਅਨੇਕਾਂ ਤਰ੍ਹਾਂ ਦੇ ਜਿਹੜੇ ਭੋਜਨ ਨੂੰ ਖਾਣ ਦੇ ਲਈ, ਬਣਾਉਣ ਦੇ ਲਈ, ਬੈਠਣ ਦੇ ਲਈ, ਉੱਠਣ ਦੇ ਲਈ ਅਨੇਕਾਂ ਤਰ੍ਹਾਂ ਦੇ ਜਿਹੜੇ ਉਹਨਾਂ ਦੇ ਵਿੱਚ ਆਚਾਰ ਵਿਹਾਰ ਨੇ ਉਹ ਪੈਦਾ ਹੋਣੇ ਸ਼ੁਰੂ ਹੋ ਜਾਂਦੇ ਨੇ। ਵਿਚਾਰ ਵਟਾਂਦਰਾ ਨਵਾਂ ਆਉਂਦਾ ਹੈ। ਸ਼ਿਸ਼ਟਾਚਾਰ, ਨਿਮਰਤਾ ਦੀ ਭਾਵਨਾਵਾਂ ਆਪਸ 'ਚ ਫੈਲਦੀਆਂ ਨੇ। ਇਸ ਤਰ੍ਹਾਂ ਨਾਲ ਕਹਿੰਦੇ ਇੱਕ ਦੂਜੇ ਨਾਲ ਪਿਆਰ ਦੀ ਭਾਵਨਾ ਨਾਲ ਦੇਖਦੇ ਨੇ। ਨੈਤਿਕਤਾ ਦਾ ਪਤਨ, ਪੁਨਰ ਜਾਗਰਣ ਦਾ ਸਮਾਜ ਦੇ ਉੱਤੇ ਭੈੜਾ ਅਸਰ ਵੀ ਪਿਆ। ਕਹਿੰਦੇ ਨੈਤਿਕਤਾ ਦੇ ਪ੍ਰਤੀ ਲੋਕ ਕੀ ਹੋ ਗਏ? ਬੇਪਰਵਾਹ ਹੋ ਗਏ। ਪਹਿਲਾਂ ਲੋਕ ਜਦੋਂ ਧਰਮ ਤੋਂ ਡਰਦੇ ਸੀ, ਉਹ ਆਪ ਤੋਂ ਵੱਡਿਆਂ ਦਾ ਹੋਰ ਤਰ੍ਹਾਂ ਨਾਲ ਸਤਿਕਾਰ ਕਰਦੇ ਸੀ। ਹੁਣ ਸਭ ਨੂੰ ਬਰਾਬਰ ਲੈ ਕੇ ਚੱਲਦੇ ਨੇ। ਕਹਿੰਦੇ ਉਹ ਕਿਤੇ ਨਾ ਕਿਤੇ ਮਾਨਵਤਾਵਾਦੀ ਜਾਂ ਨੈਤਿਕਤਾ ਦੂਰ ਚਲੀ ਜਾਂਦੀ ਹੈ। ਜ਼ਿਆਦਾ ਸਮਾਂ ਉਹ ਅੱਜ ਵੀ ਆਪਾਂ ਦੇਖਦੇ ਹਾਂ, ਬਿਰਧ ਆਸ਼ਰਮਾਂ 'ਚ ਚਲੇ ਜਾਓ, ਉੱਥੇ ਕੌਣ ਨੇ? ਜਿਨ੍ਹਾਂ ਦੇ ਬੱਚੇ ਨੌਕਰੀਆਂ 'ਤੇ ਵੱਡੇ ਵੱਡੇ ਅਹੁਦਿਆਂ 'ਤੇ ਨੇ, ਉਹ ਆਪਣੇ ਮਾਤਾ ਪਿਤਾ ਨੂੰ ਸਾਂਭਣ ਦੀ ਥਾਂ ਨੌਕਰੀਆਂ ਦੇ ਉੱਤੇ ਆਪਣੇ ਬੱਚਿਆਂ ਦੇ ਲਈ ਪੈਸੇ ਜੋੜਨ ਦੇ ਲਈ ਲੱਗੇ ਹੋਏ ਨੇ। ਤਾਂ ਇਸ ਲਈ ਆਪਾਂ ਕਹਿ ਸਕਦੇ ਹਾਂ, ਕਹਿੰਦੇ ਜਦੋਂ ਲੋਕਾਂ ਦੇ ਵਿੱਚ ਪੈਸੇ ਦੀ ਜਾਗਰਤੀ ਆਈ, ਧਨ ਇਕੱਠਾ ਕਰਨ ਦੀ ਲਾਲਸਾ ਪੈਦਾ ਹੋਈ, ਐਸ਼ ਰਸਤੀ ਦਾ ਜੀਵਨ ਬਤੀਤ ਕਰਨ ਦੀ ਲਾਲਸਾ ਪੈਦਾ ਹੋਈ, ਉਹ ਨੈਤਿਕਤਾ ਦਾ ਪਤਨ ਹੋ ਜਾਂਦਾ ਹੈ। ਭ੍ਰਿਸ਼ਟਾਚਾਰੀ ਵੱਧ ਜਾਂਦੀ ਹੈ। ਵੱਧ ਤੋਂ ਵੱਧ ਉਹ ਆਪਣੇ ਚੋਰਾਂ, ਡਾਕੂਆਂ ਦੇ ਤਰੀਕਿਆਂ ਨਾਲ ਜੀਵਨ ਜਿਉਣਾ ਸ਼ੁਰੂ ਕਰ ਦਿੰਦੇ ਨੇ। ਜਿਨ੍ਹਾਂ ਕੋਲ ਪੈਸੇ ਦੀ ਕਮੀ ਹੁੰਦੀ ਹੈ, ਕੋਈ ਸਾਧਨ ਨਹੀਂ ਹੁੰਦੇ ਪੈਸੇ ਦੇ, ਕਹਿੰਦੇ ਫਿਰ ਉਹ ਅਨੈਤਿਕ ਰਸਤੇ ਨੇ ਜਿਹੜੇ ਉਹ ਅਪਣਾਉਂਦੇ ਨੇ। ਇਸ ਤਰ੍ਹਾਂ ਨਾਲ ਯੂਰਪੀ ਮਹਾਂਦੀਪ ਦੇ ਵਿੱਚ ਪਾਦਰੀ ਵੀ ਰਿਸ਼ਵਤਖੋਰ ਅਤੇ ਚਰਿੱਤਰਹੀਣ ਹੋਣੇ ਸ਼ੁਰੂ ਹੋ ਗਏ। ਚਰਚ ਦੀ ਮਹੱਤਤਾ ਦਾ ਘਟਨਾ, ਚਰਚ ਤਾਂ ਦੇਖੋ ਪਹਿਲਾਂ ਹੀ ਸੀ, ਹੁਣ ਲੋਕ ਵਿਗਿਆਨਿਕ ਵੱਲ ਚਲੇ ਗਏ, ਸਾਹਿਤ ਪੜ੍ਹਨ ਲੱਗ ਪਏ, ਮੂਰਤੀ ਕਲਾ ਵੱਲ ਨੂੰ ਜਾਣਾ ਸ਼ੁਰੂ ਹੋ ਗਿਆ। ਕ੍ਰਾਂਤੀਕਾਰੀ ਭਾਵਨਾਵਾਂ ਜਦੋਂ ਪੈਦਾ ਹੋਈਆਂ ਤਾਂ ਚਰਚ 'ਤੇ ਉਹਨਾਂ ਦਾ ਵਿਸ਼ਵਾਸ ਘਟ ਗਿਆ। ਹੁਣ ਚਰਚ ਨੂੰ ਸਿਰਫ ਕੀ ਹੈ, ਕਹਿੰਦੇ ਮੱਥਾ ਟੇਕ ਕੇ ਜ਼ਰੂਰ ਆਉਂਦੇ ਨੇ, ਦਿਲੀ ਸਤਿਕਾਰ ਦੇ ਲਈ ਭਾਵਨਾਵਾਂ ਨਾਲ ਜ਼ਰੂਰ ਪਿਆਰ ਕਰਦੇ ਨੇ, ਲੇਕਿਨ ਅੰਧ ਵਿਸ਼ਵਾਸ ਨਹੀਂ, ਉਹਦੇ ਲਈ ਨਹੀਂ ਕੰਮ ਕਰਦੇ ਸੀਗੇ, ਆਪਣੇ ਲਈ ਕੰਮ ਕਰਦੇ ਨੇ। ਅਤੇ ਚਰਚ ਦਾ ਆਪਣੇ ਸਿਮਰਨ ਆਪਣੇ ਉਹ 'ਚ ਰੱਖਦੇ ਨੇ ਅਤੇ ਦ੍ਰਿਸ਼ਟੀਕੋਣ ਵਿਸ਼ਾਲ ਹੁੰਦਾ। ਖੋਖਲੇ ਰੀਤੀ ਰਿਵਾਜ਼ਾਂ ਤੋਂ ਬਾਹਰ ਆਉਣ ਦੇ ਲਈ ਉਹਨਾਂ ਵੱਲੋਂ ਪ੍ਰਯਤਨ ਕੀਤੇ ਜਾਂਦੇ ਨੇ। ਧਰਮ ਸੁਧਾਰ ਅੰਦੋਲਨਾਂ ਨੂੰ ਉਤਸ਼ਾਹਿਤ, ਪੁਨਰ ਜਾਗਰਣ ਦੇ ਵਿੱਚ ਜਦੋਂ ਸਫਲਤਾ ਹਾਸਲ ਹੋਈ ਤਾਂ ਲੋਕ ਕਹਿੰਦੇ ਹੁਣ ਧਰਮ ਸੁਧਾਰ ਦੇ ਲਈ ਕੰਮ ਕਰਨਾ ਸ਼ੁਰੂ ਹੋ ਗਿਆ। ਲੋਕਾਂ ਦਾ ਜੋਸ਼ ਵਧਿਆ ਵੀ ਲੋਕਾਂ ਦੇ ਵਿੱਚ ਜਾਗਰਤੀ ਆਈ ਹੈ, ਤਾਂ ਜਿਹੜੀ ਧਰਮ ਦੇ ਵਿੱਚ ਬੁਰਾਈਆਂ ਨੇ, ਪੋਪ ਪਾਦਰੀ ਜਿਹੜੇ ਭ੍ਰਿਸ਼ਟਾਚਾਰ ਦੇ ਰਸਤੇ 'ਤੇ ਚੱਲ ਰਹੇ ਨੇ, ਉਹਨਾਂ ਦੇ ਵਿੱਚ ਕਿਵੇਂ ਸੁਧਾਰ ਲੈ ਕੇ ਆਉਂਦਾ ਹੈ, ਤਾਂ ਉੱਦਾਂ ਦੀਆਂ ਕੋਸ਼ਿਸ਼ਾਂ ਵੱਲ ਨੂੰ ਚਲੇ। ਇਸ ਲਈ ਕਹਿ ਸਕਦੇ ਹਾਂ ਆਪਾਂ ਪੁਨਰ ਜਾਗਰਣ ਸੀ ਜਿਹੜਾ ਧਰਮ ਸੁਧਾਰ ਅੰਦੋਲਨ ਨੂੰ ਇੱਕ ਤਰ੍ਹਾਂ ਨਾਲ ਇੱਕ ਨਵਾਂ ਨਵੀਂ ਲਾਲਸਾ ਜਿਹੜੀ ਉਹ ਦਿੰਦਾ ਅਤੇ ਪੁਨਰ ਜਾਗਰਣ ਦੇ ਰਾਹੀਂ ਇਹ ਚੀਜ਼ਾਂ ਨੇ ਜਿਹੜੀਆਂ ਹੁਣ ਅੱਗੇ ਵੱਲ ਨੂੰ ਜਾਣੀਆਂ ਸ਼ੁਰੂ ਹੋ ਜਾਂਦੀਆਂ ਨੇ। ਉਸ ਤੋਂ ਬਾਅਦ ਅੱਗੇ ਪੜ੍ਹਦੇ ਹਾਂ ਆਪਾਂ ਸੰਸਕ੍ਰਿਤੀ ਪ੍ਰਭਾਵ ਕਿਹੜੇ ਕਿਹੜੇ ਪਏ। ਸਾਹਿਤ ਦਾ ਵਿਕਾਸ ਪਿੱਛੇ ਵੀ ਪੜ੍ਹਿਆ ਆਪਾਂ ਨੇ, ਉਹ ਇਹਦੇ 'ਚ ਆਪਾਂ ਲਿਖ ਦੇਣਾ। ਪਹਿਲਾਂ ਇਟਾਲਵੀ ਹੋਇਆ, ਫਰਾਂਸੀਸੀ, ਸਪੈਨਿਸ਼, ਇੰਗਲਿਸ਼, ਡੱਚ ਭਾਸ਼ਾਵਾਂ 'ਚ ਸਾਹਿਤ, ਕਵੀ, ਵਿਦਵਾਨ, ਨਾਟਕਕਾਰ, ਅਨੇਕਾਂ ਪੁਸਤਕਾਂ ਦੀ ਰਚਨਾ ਉਹਨਾਂ ਵੱਲੋਂ ਹੈ ਜਿਹੜੀ ਉਹ ਕੀਤੀ ਜਾਂਦੀ ਹੈ ਅਤੇ ਸਫਲਤਾ ਹਾਸਿਲ ਕਰਦੇ ਨੇ। ਪੈਟਾਰਕ, ਦਾਤਿਓ, ਬਕਾਸਿਓ, ਮੈਕਾਵਲੀ,
ਮਾਤੇਨ, ਚੌਸਰ, ਸ਼ੇਕਸਪੀਅਰ, ਮੂਰ, ਇਰਾਸਮਸ, ਲੂਥਰ, ਅਨੇਕਾਂ ਤਰ੍ਹਾਂ ਦੇ ਜਿਹੜੇ ਧਰਮ ਸ਼ਾਸਤਰੀ ਸੀ, ਜਿਹੜੇ ਵਿਦਵਾਨ ਕਵੀ ਸੀ, ਜਿਹੜੇ ਉਹ ਇਹਦੇ 'ਚ ਸਫਲਤਾ ਜਿਹੜੀ ਉਹ ਹਾਸਲ ਕਰਦੇ ਨੇ। ਉਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਆਧੁਨਿਕ ਸਿੱਖਿਆ ਦਾ ਵਿਕਾਸ। ਕਹਿੰਦੇ ਪਹਿਲਾਂ ਦੀ ਸਿੱਖਿਆ ਧਰਮ ਦੀ ਸਿੱਖਿਆ ਸੀ, ਹੁਣ ਜਿਹੜੀਆਂ ਵਿਸ਼ਵ ਵਿਦਿਆਲਿਆਂ ਦੀ ਸਥਾਪਨਾ ਹੋਈ ਨੀਦਰਲੈਂਡ, ਲੁਬੈਨ, ਸਕਾਟਲੈਂਡ ਦੇ ਵਿੱਚ, ਉਹਨਾਂ ਨੇ ਜਰਮਨ ਦੇ ਵਿੱਚ, ਫਾਈਬਰਗ, ਬਿਟਨਬਰਗ ਦੇ ਵਿੱਚ ਛਾਪੇਖਾਨੇ ਦੀਆਂ ਇਜਾਦਾਂ ਪੁਸਤਕਾਂ ਨੂੰ ਪ੍ਰਕਾਸ਼ਿਤ ਹੋਣ ਲੱਗਦੀਆਂ ਨੇ। ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਪੜ੍ਹਾਉਣਾ ਸੌਖਾ ਹੋ ਜਾਂਦਾ ਹੈ। ਯੂਨੀਵਰਸਿਟੀਆਂ ਵੱਖ-ਵੱਖ ਦੇਸ਼ਾਂ 'ਚ ਸਕੂਲਾਂ ਅਤੇ ਹੋਰ ਸਿੱਖਿਆ ਸੰਸਥਾਵਾਂ ਸਥਾਪਿਤ ਕਰਦੀਆਂ ਨੇ। ਗਣਿਤ, ਭੌਤਿਕ ਵਿਗਿਆਨ, ਰਸਾਇਣ ਵਿਗਿਆਨ ਵੱਲ ਅਨੇਕਾਂ ਤਰ੍ਹਾਂ ਦੀ ਐਜੂਕੇਸ਼ਨ ਹੈ ਜਿਹੜੀ ਧਰਮ ਤੋਂ ਬਾਹਰ ਨਿਕਲ ਕੇ ਇੱਧਰ ਨੂੰ ਜਾਣੀ ਸ਼ੁਰੂ ਹੋ ਜਾਂਦੀ ਹੈ। ਪੁਰਾਤਨ ਵਿਭਾਗ ਦੀ ਉਤਪੱਤੀ ਅਤੇ ਇਤਿਹਾਸ ਲੇਖਣ ਕਲਾ ਵਿਕਾਸ। ਪੁਰਾਤਨ ਵਿਭਾਗ ਕੀ ਹੁੰਦਾ? ਜਿਹੜੀਆਂ ਸਾਡੀਆਂ ਪੁਰਾਣੀਆਂ ਚੀਜ਼ਾਂ ਹੁੰਦੀਆਂ ਨੇ ਉਹਨਾਂ ਨੂੰ ਸਾਂਭ ਸੰਭਾਲ ਕੇ ਰੱਖਣ ਦੇ ਲਈ, ਜਾਂ ਪੁਰਾਣੀਆਂ ਚੀਜ਼ਾਂ ਨੇ ਜਿਹੜੀਆਂ ਉਹਨਾਂ ਦੀ ਘੋਖ ਪੜਤਾਲ ਕਰਨੀ। ਜਿਵੇਂ ਸਿੰਧ ਘਾਟੀ ਦੀ ਸੱਭਿਅਤਾ ਸੀ, ਸਿੰਧ ਘਾਟੀ ਦੀ ਸੱਭਿਅਤਾ ਦੇ ਵਿੱਚ ਖੁਦਾਈ ਹੋਈ 1921 ਦੇ ਵਿੱਚ ਪਹਿਲੀ ਵਾਰ। ਉਹ ਕਿਹਨੇ ਕੀਤੀ? ਪੁਰਾਤਨ ਵਿਭਾਗ ਦਾ ਮੁਖੀ ਸੀ ਜੌਨ ਮਾਰਸ਼ਲ। ਦਿਆਰਾਮ ਸਾਹਨੀ ਇਹ ਭਾਰਤੀ ਪੁਰਾਤਨ ਵਿਭਾਗ 'ਚ ਕੰਮ ਕਰਦੇ ਸੀਗੇ। ਉਹਨਾਂ ਨੇ ਕੋਸ਼ਿਸ਼ ਕੀਤੀ ਇਹ ਚੀਜ਼ ਨੂੰ ਜਾਣਨ ਦੀ। ਕਹਿੰਦੇ ਪੁਰਾਣੀਆਂ ਇਮਾਰਤਾਂ, ਯਾਦਗਾਰਾਂ, ਖੰਡਰਾਂ ਦਾ ਅਧਿਐਨ ਕਰਦੇ ਨੇ। ਕੀ ਕੁਛ ਸੀ ਇਹ, ਕਿੱਥੋਂ ਆਈਆਂ, ਕਿਹੋ ਜਿਹੇ ਲੋਕ ਰਹਿੰਦੇ ਸੀਗੇ, ਉਹ ਸਾਰੀਆਂ ਚੀਜ਼ਾਂ ਪੁਰਾਤਨ ਵਿਭਾਗ ਦੇ ਅਤੇ ਵਿਗਿਆਨ ਦੀ ਉਤਪੱਤੀ ਉਹੀ ਕਹਿੰਦੇ ਯੂਰਪੀ ਮਹਾਂਦੀਪ ਦੇ ਵਿੱਚ ਉਦੋਂ ਹੋਈਆਂ। ਸਾਡੇ ਤਾਂ ਦੇਖੋ 1921 'ਚ ਹੋਈਆਂ, ਇਹ 14ਵੀਂ 15ਵੀਂ ਸਦੀ 'ਚ ਹੋ ਗਈ ਸੀ। ਉਹਨਾਂ ਚੀਜ਼ਾਂ ਨੂੰ ਉਦੋਂ ਘੋਖਣ ਲੱਗ ਪਏ ਸੀਗੇ। ਇਸ ਤਰ੍ਹਾਂ ਉਹਨਾਂ ਨੂੰ ਸਫਲਤਾ ਜਿਹੜੀ ਉਹ ਮਿਲੀ। ਅੰਨ੍ਹੇਵਾਹ ਉਹਨਾਂ ਨੇ ਵਿਸ਼ਵਾਸ ਕਰਨਾ ਛੱਡ ਦਿੱਤਾ। ਲਲਿਤ ਕਲਾਵਾਂ ਦਾ ਵਿਕਾਸ। ਲਲਿਤ ਕਲਾਵਾਂ ਕੀ ਨੇ? ਸਾਹਿਤ, ਫਿਲਾਸਫੀ, ਵਿਗਿਆਨ ਤੋਂ ਵੱਧ ਵਿਕਾਸ ਹੁੰਦਾ ਹੈ। ਚਿੱਤਰਕਲਾ ਦਾ ਨਮੂਨਾ ਪੇਸ਼ ਹੋਏ, ਜਿਹਦੇ ਵਿੱਚ ਲਿਓਨਾਰਦੋ, ਵਿੰਸੀ, ਐਂਜਲੋ, ਮੈਰਾਫੇਲ, ਤੀਤੀਅਨ, ਅਨੇਕਾਂ ਤਰ੍ਹਾਂ ਦੀ ਚਿੱਤਰਕਾਰੀ। ਫਿਰ ਚਿੱਤਰਕਲਾ ਦੇ ਨਾਲ ਨਾਲ ਮਾਈਕਲ ਐਂਜਲੋ ਇਸ ਕਾਲ ਦਾ ਸਭ ਤੋਂ ਮਹਾਨ ਮੂਰਤੀਕਾਰ ਹੋਇਆ, ਮੂਰਤੀਆਂ ਬਣਾਉਂਦਾ। ਉਸਨੇ ਦੇਖੋ ਈਸਾ ਮਸੀਹ ਦੀ ਮਾਤਾ ਦੀ ਤਸਵੀਰ ਹੈ ਜਿਹੜੀ ਉਹ ਬਣਾਈ। ਉਸ ਤੋਂ ਬਾਅਦ ਸੈਂਟ ਮਾਰਕ ਦੀਆਂ ਮੂਰਤੀਆਂ ਪ੍ਰਸਿੱਧ ਹੋਈਆਂ। ਉਸ ਤੋਂ ਬਾਅਦ ਮੋਮੇਸ ਬੇਨਸ ਦੀਆਂ ਮੂਰਤੀਆਂ ਪ੍ਰਸਿੱਧ ਹੋਈਆਂ। ਇਸ ਤਰ੍ਹਾਂ ਇਟਲੀ ਯੂਰਪੀ ਗਿਰਜਾਘਰ, ਮਹਿਲਾਂ, ਮਕਬਰਿਆਂ ਦੀ ਉਸਾਰੀ ਹੋਣੀ ਸ਼ੁਰੂ ਹੋ ਜਾਂਦੀ ਹੈ। ਸੈਂਟ ਪੀਟਰ ਦੇ ਗਿਰਜਾਘਰ ਦੀ ਸਰਵੋਤਮ ਇਮਾਰਤ ਮੰਨੀ ਜਾਂਦੀ ਹੈ ਮਕਬਰਿਆਂ ਦੇ ਵਿੱਚੋਂ। ਇਸ ਤੋਂ ਪੁਨਰ ਜਾਗਰਣ ਦੇ ਵਿੱਚ ਸੰਗੀਤ ਕਲਾ ਦਾ ਮਹੱਤਵਪੂਰਨ ਪ੍ਰਭਾਵ ਪਿਆ। ਸੰਗੀਤ ਸੀ ਜਿਹੜਾ ਹੁਣ ਰਾਜਿਆਂ ਤੱਕ ਸੀਮਿਤ ਨਾ ਰਿਹਾ। ਸੰਗੀਤ ਸੀ ਜਿਹੜਾ ਕਹਿੰਦੇ ਹੁਣ ਉਹ ਵੀ ਇੱਕ ਤਰ੍ਹਾਂ ਦੇ ਨਾਲ ਮਾਊਂਟਬੈਟਨ ਫਰਾਂਸੀਸੀ ਵਿਦਵਾਨ ਕਿਸਾਨਾਂ ਦੀਆਂ ਹੱਥਾਂ 'ਚ ਬੀਨਾ ਫੜੀ ਵੇਖ ਕੇ ਬੜੀ ਹੈਰਾਨੀ ਹੁੰਦੀ ਹੈ। ਸਪਸ਼ਟ ਹੋਇਆ ਕਿ ਸੰਗੀਤ ਸਧਾਰਨ ਲੋਕਾਂ 'ਚ ਵੀ ਹਰਮਨ ਪਿਆਰਾ ਹੋ ਗਿਆ, ਇਕੱਲੇ ਸ਼ਾਸਕ ਜਾਂ ਰਾਜਿਆਂ ਦੇ ਦਰਬਾਰ ਤੱਕ ਸੀਮਿਤ ਨਹੀਂ ਸੀ ਜਿਹੜਾ ਉਹ ਬਣ ਕੇ ਨਾ ਰਿਹਾ। ਵਿਗਿਆਨਿਕ ਇਜਾਦਾਂ ਦੀਆਂ ਖੋਜਾਂ ਪਿੱਛੇ ਆਪਾਂ ਪੜ੍ਹੀਆਂ। ਕੋਪਰਨਿਕਸ ਖਗੋਲ ਦੇ ਵਿੱਚ, ਠੀਕ ਹੈ, ਭੌਤਿਕ ਵਿਗਿਆਨ ਦੇ ਵਿੱਚ, ਗਣਿਤ ਦੇ ਲਈ ਅਨੇਕਾਂ ਤਰ੍ਹਾਂ ਦੀਆਂ ਖੋਜਾਂ ਕੀ। ਗੁਰੂਤਾਕਰਸ਼ਣ ਬਲ ਦੀ ਖੋਜ ਹੋਈ। ਧਰਤੀ ਸੂਰਜ ਦੇ ਬਾਰੇ ਘੁੰਮਦੀ ਹੈ, ਇਸ ਬਾਰੇ ਪਤਾ ਲਗਾਇਆ ਗਿਆ। ਇਹਨਾਂ ਚੀਜ਼ਾਂ ਬਾਰੇ ਸਫਲਤਾ ਗਲੀਲੀਓ, ਨਿਊਟਨ ਸਿਧਾਂਤ ਨੇ ਜਿਹੜੇ ਉਹ ਪੇਸ਼ ਹੁੰਦੇ ਨੇ। ਭੂਗੋਲਿਕ ਖੋਜਾਂ ਦੇ ਵਿੱਚ ਆਉਂਦਾ ਕਹਿੰਦੇ ਦੇਸ਼ਾਂ ਦੀ ਖੋਜ ਹੋਈ। ਕੈਨੇਡਾ, ਅਮਰੀਕਾ, ਅਫਰੀਕਾ, ਚੀਨੀ ਤੱਕ ਪਹੁੰਚਣ ਲਈ ਸਮੁੰਦਰੀ ਮਾਰਗਾਂ ਦਾ ਪਤਾ ਲੱਗਿਆ। ਕੰਪਾਸ ਹੈ ਜਿਹੜੀ ਕੁਤਬਨੁਮਾ ਹੈ ਜਿਹੜੀ ਉਸ ਦੀ ਵਰਤੋਂ ਕੀਤੀ ਜਾਣ ਲੱਗ ਪਈ। ਉਸ ਦੀ ਖੋਜ ਨੇ ਸਮੁੰਦਰਾਂ ਦੇ ਨਵੇਂ ਰਸਤੇ, ਪਹਿਲਾਂ ਤਾਂ ਦੇਖੋ ਕਹਿੰਦੇ ਲੋਕ ਇੱਕੋ ਰਸਤੇ ਨੂੰ ਜਾਣਦੇ ਸੀ ਸਮੁੰਦਰਾਂ ਦੇ ਨੂੰ, ਲੇਕਿਨ ਕੰਪਾਸ ਨੇ ਅਲੱਗ-ਅਲੱਗ ਰਸਤਿਆਂ ਰਾਹੀਂ ਲੋਕਾਂ ਨੂੰ ਯੂਰਪੀ ਮਹਾਂਦੀਪ ਦੇ ਦੌਰਿਆਂ ਬਾਰੇ ਜਾਣਕਾਰੀ ਦੇਣੀ ਸ਼ੁਰੂ ਕਰ ਦਿੱਤੀ। ਆਰਥਿਕ ਵਪਾਰ ਦੇ ਵਣਜ ਦਾ ਵਿਕਾਸ। ਜਦੋਂ ਰਸਤੇ ਖੁੱਲ੍ਹ ਗਏ, ਉੱਨਤੀ ਹੋਈ, ਪੈਦਾਵਾਰ ਹੋਈ, ਤਾਂ ਕਹਿੰਦੇ ਉਦਯੋਗ ਵੀ ਆਉਣੇ ਸ਼ੁਰੂ ਹੋ ਗਏ ਅਤੇ ਲੋਕਾਂ ਦੇ ਵਿੱਚ ਕਹਿੰਦੇ ਧਨ ਦੌਲਤ ਇਕੱਠੀ ਕਰਨ ਦੇ ਲਈ, ਆਨੰਦਪੂਰਨ ਜੀਵਨ ਬਣਾਉਣ ਦੇ ਲਈ ਉਪਰਾਲੇ ਕੀਤੇ, ਵਪਾਰ ਵਧਿਆ। ਉਦਯੋਗਾਂ ਦੇ ਵਿਕਾਸ ਅਤੇ ਪੂੰਜੀਵਾਦ ਦਾ ਜਨਮ। ਜਦੋਂ ਕਹਿੰਦੇ ਉਦਯੋਗਾਂ ਦਾ ਵਿਕਾਸ ਹੋਇਆ, ਲੋਕ ਵੱਧ ਤੋਂ ਵੱਧ ਧਨ ਕਮਾਉਣ ਲੱਗਦੇ ਨੇ, ਅਮੀਰ ਹੋ ਗਏ, ਤਾਂ ਪੂੰਜੀਵਾਦੀ ਸ਼੍ਰੇਣੀ ਪੈਦਾ ਹੋ ਗਈ। ਕਿਹੜੀ? ਵਪਾਰੀਆਂ ਦੀ ਸ਼੍ਰੇਣੀ, ਅਮੀਰ ਸ਼੍ਰੇਣੀ ਦੇ ਲੋਕ। ਸਰਮਾਏਦਾਰੀ ਹੋ ਗਈ, ਮਜ਼ਦੂਰਾਂ ਤੋਂ ਵਧੇਰੇ ਕੰਮ ਲੈਣਾ ਸ਼ੁਰੂ ਕਰ ਦਿੱਤਾ। ਉਪਨਿਵੇਸ਼ਵਾਦ ਨੂੰ ਉਤਸ਼ਾਹ। ਉਪਨਿਵੇਸ਼ਵਾਦ ਕੀ ਹੁੰਦਾ? ਕਹਿੰਦੇ ਆਪਣੇ ਵਪਾਰ ਨੂੰ ਹੋਰ ਦੇਸ਼ਾਂ ਦੇ ਵਿੱਚ ਵੀ ਪੈਦਾ ਕਰ ਦੇਣਾ। ਜਿਵੇਂ FDI ਆਪਾਂ ਕਹਿੰਦੇ ਹਾਂ ਵੀ ਸਾਡੇ ਦੇਸ਼ ਦਾ ਬਹੁਤ ਸਾਰਾ ਵਪਾਰ ਹੈ ਜਿਹੜਾ FDI ਦੀ ਥਾਈਂ ਦੂਜੇ ਦੇਸ਼ਾਂ ਨੂੰ ਉਹਦੇ 'ਚ ਸ਼ਾਮਲ ਕਰ ਦਿੱਤਾ ਜਾ ਰਿਹਾ। ਉਹ ਚੀਜ਼ਾਂ ਨੇ ਜਿਹੜੀਆਂ ਉਹ ਪੈਦਾ ਹੋਈਆਂ। ਅਮਰੀਕਾ, ਅਫਰੀਕਾ ਵਰਗੇ ਮਹਾਂਦੀਪਾਂ ਦੇ ਵਿੱਚ ਉਹ ਚੀਜ਼ਾਂ ਸਫਲਤਾ ਹਾਸਲ ਕਰਦੀਆਂ ਨੇ। ਰਾਜਨੀਤਿਕ ਪ੍ਰਭਾਵ। ਸ਼ਕਤੀਸ਼ਾਲੀ ਰਾਜਤੰਤਰਾਂ ਦਾ ਉਥਾਨ। ਪੁਨਰ ਜਾਗਰਣ ਤੋਂ ਪਹਿਲਾਂ ਮਹੱਤਵਪੂਰਨ ਜਿਹੜੇ ਸ਼ਾਸਕ ਹੁੰਦੇ ਸੀਗੇ ਉਹ ਵੀ ਕਹਿੰਦੇ ਇੱਕ ਤਰ੍ਹਾਂ ਨਾਲ ਪੋਪ ਪਾਦਰੀਆਂ ਦੇ ਪ੍ਰਭਾਵ ਅਧੀਨ ਨੇ, ਉਹ ਉਹਨਾਂ ਤੋਂ ਮੁਕਤ ਹੋਏ। ਕਹਿੰਦੇ ਰੋਮਨ ਸਾਹਿਤ ਦੇ ਵਿੱਚ ਪ੍ਰਸਾਰ ਦੇ ਲਈ ਯੂਰਪੀ ਸ਼ਾਸਕਾਂ ਨੂੰ ਪੁਰਾਣੇ ਸੋਮਰ ਰਾਜ ਦੀ ਸ਼ਕਤੀ, ਨਿਰੰਕੁਸ਼ ਸਮਰਾਟ ਦੇ ਸ਼ਾਨੋ ਸ਼ੌਕਤ ਬਾਰੇ ਜਾਣਕਾਰੀ ਪ੍ਰਾਪਤ ਹੋਈ। ਸ਼ਕਤੀਸ਼ਾਲੀ ਰਾਜ ਸਥਾਪਿਤ ਕਰਨ ਲਈ ਉਹਨਾਂ ਨੂੰ ਪ੍ਰੇਰਨਾ ਮਿਲੀ। ਕਹਿੰਦੇ ਹੁਣ ਉਹਨਾਂ ਦੇ ਪ੍ਰਭਾਵ ਤੋਂ ਮੁਕਤ ਹੋ ਕੇ ਆਪਣਾ ਸ਼ਕਤੀਸ਼ਾਲੀ ਰਾਜ ਹੈ ਜਿਹੜਾ ਉਹ
ਬਣਾ ਸਕਦੇ ਸੀ। ਨਵੀਆਂ ਪੁਸਤਕਾਂ ਸੀ ਜਿਹੜੀਆਂ ਉਹ ਲਿਖਦਾ ਸੀ ਜੀ। ਪੋਪ ਦੇ ਚਰਚ ਦੀ ਸ਼ਕਤੀ ਦੁਰਬਲ ਕਰ ਦਿੰਦੇ ਨੇ। ਉਸ ਤੋਂ ਬਾਅਦ ਸਮਤਵਾਦ ਨੂੰ ਧੱਕਾ, ਕਹਿੰਦੇ ਉਸ ਤੋਂ ਬਾਅਦ ਫੈਡਰਲਿਜ਼ਮ, ਪੁਨਰ ਜਾਗਰਣ ਕਾਲ ਤੋਂ ਪਹਿਲਾਂ ਜਿਹੜੀ ਸਮਤਵਾਦੀ ਵਿਵਸਥਾ ਸੀ, ਕਹਿੰਦੇ ਕੁਝ ਕੁ ਘਰਾਣੇ ਜਿਹੜੇ ਰਾਜ ਨੂੰ ਵੀ ਚਲਾ ਰਹੇ ਨੇ, ਦੇਸ਼ ਨੂੰ ਵੀ ਚਲਾ ਰਹੇ ਨੇ, ਧਰਮ 'ਤੇ ਵੀ ਉਹਨਾਂ ਦਾ ਪ੍ਰਭਾਵ ਹੈ। ਉਹਨਾਂ ਦੇ ਪ੍ਰਭਾਵ ਨੂੰ ਗਹਿਰੀ ਸੱਟ ਪੁੱਜਦੀ ਹੈ। ਆਮ ਲੋਕਾਂ ਦੇ, ਮੱਧ ਵਰਗੀ ਲੋਕਾਂ ਦੇ ਹੱਥਾਂ ਦੇ ਵਿੱਚ ਯੂਰਪੀ ਸ਼ਕਤੀ ਜਾਣੀ ਸ਼ੁਰੂ ਹੋ ਗਈ। ਰਾਜੇ ਸੁਤੰਤਰ ਹੋਣੇ ਸ਼ੁਰੂ ਹੋ ਗਏ। ਕਹਿੰਦੇ ਉਹਨਾਂ ਵਿਸ਼ੇਸ਼ ਵਿਅਕਤੀਆਂ ਤੋਂ, ਸਮੰਤਾਂ ਤੋਂ ਦੇ ਅਧਿਕਾਰਾਂ ਦਾ ਅੰਤ ਹੋਣਾ ਸ਼ੁਰੂ ਹੋ ਜਾਂਦਾ ਹੈ। ਸਰਕਾਰੀ ਪਦਵੀਆਂ 'ਤੇ ਮੱਧ ਸ਼੍ਰੇਣੀ ਲੋਕ ਪਹੁੰਚਣੇ ਸ਼ੁਰੂ ਹੋ ਜਾਂਦੇ ਨੇ। ਯੁੱਧ ਕਲਾ 'ਚ ਪਰਿਵਰਤਨ, ਪੁਨਰ ਜਾਗਰਣ ਦੇ ਛਿੱਟੇ 'ਚੋਂ ਯੁੱਧ ਕਲਾ 'ਚ ਕ੍ਰਾਂਤੀਕਾਰੀ ਪਰਿਵਰਤਨ ਆਏ। ਤਲਵਾਰਾਂ, ਨੇਜੇ, ਭਾਲਾਂ, ਹਥਿਆਰਾਂ ਦੇ ਵਿੱਚ ਯੁੱਧਾਂ ਦੀ ਵਰਤੋਂ ਕਰਦੇ ਸੀ। ਗੋਲਾ ਬਰੂਦ ਦੀ ਇਜਾਦਾਂ ਦੀ ਵਰਤੋਂ ਵੱਡੇ ਪੱਧਰ 'ਤੇ ਹੋਣ ਲੱਗ ਪਈ। ਤੋਪਾਂ ਬਣਾਈਆਂ ਗਈਆਂ, ਬੰਦੂਕਾਂ ਬਣਾਈਆਂ ਗਈਆਂ, ਗੋਲੇ ਪੈਦਾ ਹੋਏ। ਇਸ ਤਰ੍ਹਾਂ ਨਾਲ ਕਹਿੰਦੇ ਸ਼ਕਤੀਸ਼ਾਲੀ ਅੰਗ ਸੀ ਜਿਹੜੇ ਹਥਿਆਰਾਂ ਦੇ, ਯੁੱਧਾਂ ਦੇ, ਉਹ ਸਾਹਮਣੇ ਆਏ ਯੂਰਪੀ ਮਹਾਂਦੀਪ ਦੇ ਦੇਸ਼ਾਂ ਦੇ। ਇਸ ਤਰ੍ਹਾਂ ਨਾਲ ਇਹਨਾਂ ਸਾਰਿਆਂ ਤੋਂ ਅਸੀਂ ਕਹਿ ਸਕਦੇ ਹਾਂ ਪੁਨਰ ਜਾਗਰਣ ਦੇ ਵਿੱਚ ਯੂਰਪੀ ਮਹਾਂਦੀਪ ਵਿੱਚ ਹੀ ਨਹੀਂ, ਇਕੱਲਾ ਕਹਿੰਦੇ ਵਿਸ਼ਵ ਦੇ ਲਈ ਇੱਕ ਅਜਿਹਾ ਅੰਦੋਲਨ ਬਣ ਕੇ ਸਾਹਮਣੇ ਆਇਆ ਜਿਸ ਤੋਂ ਇਕੱਲੇ ਯੂਰਪੀ ਮਹਾਂਦੀਪ ਦੇ ਲੋਕਾਂ ਨੇ ਹੀ ਕ੍ਰਾਂਤੀ ਨਹੀਂ ਪ੍ਰਾਪਤ ਕੀਤੀ, ਸਗੋਂ ਉਸ ਤੋਂ ਪ੍ਰੇਰਿਤ ਹੋ ਕੇ ਉਸ ਆਧੁਨਿਕਤਾ ਤੋਂ ਸਬਕ ਲੈਂਦਿਆਂ ਕਹਿੰਦੇ ਯੂਰਪ ਤੋਂ ਬਿਨਾਂ ਦੂਜੇ ਮਹਾਂਦੀਪਾਂ ਦੇ ਵਿੱਚ ਵੀ ਲੋਕ ਸੀ ਜਿਹੜੇ ਕ੍ਰਾਂਤੀਕਾਰੀ ਭਾਵਨਾਵਾਂ ਪੈਦਾ ਹੁੰਦੀਆਂ ਨੇ, ਉਹ ਵੀ ਮਾਡਰਨੇਜ਼ ਜਾਂ ਆਧੁਨਿਕਤਾ ਵੱਲ ਜਾਣ ਦਾ ਪ੍ਰਣ ਲੈਂਦੇ ਨੇ, ਵਚਨ ਕਰਦੇ ਨੇ। ਇਸ ਤਰ੍ਹਾਂ ਨਾਲ ਮਾਨਵਤਾਵਾਦੀ, ਤਰਕਸ਼ੀਲਤਾ, ਵਿਗਿਆਨਿਕ, ਵਿਅਕਤੀਵਾਦ, ਭੌਤਿਕਤਾਵਾਦੀ ਭਾਵਨਾਵਾਂ ਉਹਨਾਂ 'ਚ ਵੀ ਪੈਦਾ ਹੁੰਦੀਆਂ ਨੇ, ਉਹ ਵੀ ਆਪਣੇ ਦੇਸ਼ ਨੂੰ ਅੱਗੇ ਲੈ ਕੇ ਜਾਂਦੇ ਨੇ। ਇਸ ਲਈ ਕਹਿ ਸਕਦੇ ਹਾਂ ਪੁਨਰ ਜਾਗਰਣ ਸੀ ਜਿਹੜਾ ਉਹ ਲੋਕਾਂ ਦੇ ਵਿੱਚ ਇੱਕ ਨਵੀਂ ਭਾਵਨਾ, ਨਵੀਂ ਕ੍ਰਾਂਤੀ ਜਿਹੜੀ ਪੈਦਾ ਕਰਦਾ ਹੈ, ਜਿਹੜੀ ਬਾਅਦ ਦੇ ਵਿੱਚ ਲੋਕਾਂ ਦੇ ਵਿੱਚ, ਯੂਰਪੀ ਮਹਾਂਦੀਪ ਦੇ ਲੋਕਾਂ ਦੇ ਵਿੱਚ ਵਿਸ਼ਵ ਦੇ ਇੱਕ ਤਰ੍ਹਾਂ ਨਾਲ ਪਲੇਟਫਾਰਮ ਪੈਦਾ ਕਰ ਦਿੰਦੀ ਹੈ ਵਿਸ਼ਵ ਪੱਧਰ ਦੇ ਉੱਤੇ ਕਿ ਲੋਕ ਪੁਨਰ ਜਾਗਰਣ ਵੱਲ ਨੂੰ ਜਾਣਾ ਸ਼ੁਰੂ ਕਰ ਦੇਣ। ਤਾਂ ਇਸ ਤੋਂ ਬਾਅਦ ਅੱਗੇ ਆਪਣਾ ਅਗਲਾ ਪਾਰਟ ਆਊਗਾ ਧਰਮ ਸੁਧਾਰ ਅੰਦੋਲਨ ਦਾ ਰਿਫੋਰਮੇਸ਼ਨਸ। ਇਹ ਕੀ ਸੀਗਾ? ਇਸ ਤੋਂ ਨਿਕਲਿਆ ਪੁਨਰ ਜਾਗਰਣ ਦੇ ਰਾਹੀਂ ਲੋਕਾਂ 'ਚ ਕ੍ਰਾਂਤੀ ਆਈ, ਜਾਗਰਤੀ ਆਈ, ਲੋਕ ਤਿਆਰ ਹੋ ਗਏ, ਨਵੀਆਂ ਯਾਦਾਂ 'ਚ ਵਿਸ਼ਵਾਸ ਕਰਨ ਲੱਗ ਪਏ, ਅੰਧ ਵਿਸ਼ਵਾਸਾਂ 'ਚੋਂ ਬਾਹਰ ਆਏ, ਕਿਤਾਬਾਂ ਪੜ੍ਹਨ ਲੱਗ ਪਏ, ਕ੍ਰਾਂਤੀ ਦੀ ਭਾਵਨਾ ਪੈਦਾ ਹੋਈ। ਪਤਾ ਲੱਗ ਗਿਆ ਵੀ ਧਰਮ ਦੇ ਪੈਰੋਕਾਰ ਨੇ ਜਿਹੜੇ ਇਹ ਸਾਡਾ ਸ਼ੋਸ਼ਣ ਕਰ ਰਹੇ ਨੇ। ਤਾਂ ਕਹਿੰਦੇ ਫਿਰ 16ਵੀਂ ਸਦੀ ਦੇ ਵਿੱਚ ਧਰਮ ਸੁਧਾਰ ਅੰਦੋਲਨ ਚੱਲੇ। 14ਵੀਂ 15ਵੀਂ ਸਦੀ ਪੁਨਰ ਜਾਗਰਣ ਦੀ ਸਫਲਤਾ ਲਈ ਪ੍ਰਯਤਨ ਕਰਦੀ ਹੈ। 16ਵੀਂ ਸਦੀ ਸੀ ਜਿਹੜੀ ਫਿਰ ਉਹ ਧਰਮ ਸੁਧਾਰ ਅੰਦੋਲਨ, ਭਾਵ ਹੁਣ ਕੀ ਸੀ, ਇੱਕੋ ਰਸਤਾ ਰਹਿ ਗਿਆ। ਕਹਿੰਦੇ ਹੋਰ ਸਿੱਧਾ ਜੇ ਆਪਾਂ ਨੇ ਮਾਡਰਨ ਏਜ ਦੇ ਵਿੱਚ ਜਾਣਾ ਹੈ ਤਾਂ ਧਰਮ ਨੂੰ ਚੇਂਜ ਕਰਨਾ ਪਊਗਾ, ਧਰਮ ਦੇ ਪ੍ਰਭਾਵ ਤੋਂ ਲੋਕਾਂ ਨੂੰ ਬਾਹਰ ਕੱਢਣਾ ਪਊਗਾ, ਧਰਮ ਨੂੰ ਇਹਨਾਂ ਭ੍ਰਿਸ਼ਟਾਚਾਰੀਆਂ ਤੋਂ, ਪੋਪ ਪਾਦਰੀਆਂ ਤੋਂ ਆਜ਼ਾਦ ਕਰਾਉਣਾ ਪਊਗਾ। ਇਹ ਤਾਂ ਹੀ ਕਹਿੰਦੇ ਲੋਕਾਂ ਦੇ ਵਿੱਚ ਵਿਸ਼ਵਾਸ ਹੋਰ ਵਧੂਗਾ। ਅਤੇ ਇਸ ਲਈ ਉਸ ਤੋਂ ਬਾਅਦ ਫਿਰ ਧਰਮ ਸੁਧਾਰ ਅੰਦੋਲਨ ਨੇ ਜਿਹੜੇ ਉਹ ਚੱਲੇ। ਤਾਂ ਧਰਮ ਸੁਧਾਰ ਅੰਦੋਲਨਾਂ ਬਾਰੇ ਜਿਹੜਾ ਉਹ ਆਪਾਂ ਅੱਗੇ ਵੀ ਡਿਟੇਲ ਦੇ ਵਿੱਚ ਜਿਹੜਾ ਪੜ੍ਹਾਂਗੇ। 16ਵੀਂ ਸਦੀ ਵਿੱਚ ਚੱਲਣ ਵਾਲੇ ਪ੍ਰਸਿੱਧ ਅੰਦੋਲਨ ਮੰਨੇ ਜਾਂਦੇ ਨੇ। ਬਾਈਬਲ ਦੇ ਨਿਯਮਾਂ ਨੂੰ ਨੈਤਿਕ ਸਿਧਾਂਤਕ ਪੱਖ ਤੋਂ ਪਵਿੱਤਰ ਕਰਨ ਦਾ ਉਪਰਾਲਾ ਕਰਦੇ ਨੇ, ਬਾਈਬਲ ਨਾਲ ਜੋੜਦੇ ਨੇ ਲੋਕਾਂ ਨੂੰ। ਚਰਚ, ਪਾਦਰੀਆਂ, ਗਿਰਜਾਘਰਾਂ, ਪੋਪ ਤੋਂ ਛੁਟਕਾਰਾ ਦਿਵਾਉਣ ਦਾ ਪ੍ਰਯਤਨ ਕੀਤਾ ਜਾਂਦਾ ਹੈ। ਜਿਵੇਂ ਬ੍ਰਾਹਮਣਵਾਦ, ਬ੍ਰਾਹਮਣਾਂ ਤੋਂ ਅਲੱਗ ਕੱਢ ਕੇ ਦਵਾਮੀ ਦਇਆਨੰਦ ਸਰਸਵਤੀ ਕਹਿੰਦਾ ਵੇਦਾਂ ਨਾਲ ਜੋੜੋ, ਉਹੀ ਚੀਜ਼ ਸੀ ਜਿਹੜੀ ਉਹ ਇੱਕ ਤਰ੍ਹਾਂ ਨਾਲ ਆਪਾਂ ਪੜ੍ਹਾਂਗੇ ਧਰਮ ਸੁਧਾਰ ਅੰਦੋਲਨ ਦੇ ਵਿੱਚ ਕੀਤੀ ਗਈ। ਲੋਕਾਂ ਨੂੰ ਬਾਈਬਲ ਨਾਲ ਜੋੜਿਆ ਗਿਆ, ਨਾ ਕਿ ਪੋਪ ਪਾਦਰੀਆਂ ਨਾਲ ਜੋੜਨ ਦੇ ਲਈ ਪ੍ਰੇਰਨਾ ਦਿੱਤੀ ਜਾਂਦੀ ਹੈ। ਤਾਂ ਉਹ ਆਪਾਂ ਅੱਗੇ ਡਿਟੇਲ ਦੇ ਵਿੱਚ ਜਿਹੜਾ ਪੜ੍ਹਾਂਗੇ। ਧਰਮ ਸੁਧਾਰ ਅੰਦੋਲਨ ਦੇ ਵਿੱਚ ਜੌਨ ਵਾਈਕਲਿਫ, ਜੌਨ ਹਸ, ਇਰਾਸਮਸ ਆਦਿ ਵਿਚਾਰਕ ਚਰਚ ਦੀਆਂ ਪ੍ਰਚਲਿਤ ਬੁਰਾਈਆਂ ਨੂੰ ਦੂਰ ਕਰਨ ਦੇ ਲਈ ਯਤਨ ਕਰਦੇ ਨੇ। ਧਾਰਮਿਕ ਕ੍ਰਾਂਤੀ ਦਾ ਧਮਾਕਾ 16ਵੀਂ ਸਦੀ 'ਚ ਹੋਇਆ। ਇਸ ਨੂੰ ਲਿਆਉਣ ਦੇ ਲਈ 3 ਮਹੱਤਵਪੂਰਨ ਵਿਅਕਤੀਆਂ ਨੂੰ ਮੰਨਿਆ ਜਾਂਦਾ: ਮਾਰਟਨ ਲੂਥਰ, ਜੇਂਗਲੀ, ਕੋਲਵਿਨ। ਸਭ ਤੋਂ ਮਹੱਤਵਪੂਰਨ ਰੋਲ ਇਹਦੇ 'ਚ ਮਾਰਟਨ ਲੂਥਰ ਦਾ ਮੰਨਿਆ ਜਾਂਦਾ। ਜਰਮਨੀ ਦਾ ਰਹਿਣ ਵਾਲਾ ਸੀਗਾ ਮਾਰਟਨ ਲੂਥਰ ਸੀਗਾ ਜਿਹੜਾ, ਠੀਕ ਹੈ। ਇਸ ਤਰ੍ਹਾਂ ਨਾਲ ਮਾਰਟਨ ਲੂਥਰ ਨੇ ਜਰਮਨੀ ਦੇ ਵਿੱਚ ਸਭ ਤੋਂ ਪਹਿਲਾਂ ਧਰਮ ਸੁਧਾਰ ਅੰਦੋਲਨਾਂ ਨੂੰ ਜਨਮ ਦਿੱਤਾ। ਉਸ ਤੋਂ ਹੁੰਦਿਆਂ ਹੋਇਆਂ ਧਰਮ ਸੁਧਾਰ ਅੰਦੋਲਨਾਂ ਦਾ ਉਦੇਸ਼ ਕੀ ਸੀਗਾ, ਇਤਿਹਾਸਕ ਪਿਛੋਕੜ ਕੀ ਸੀਗਾ, ਉਹਦੇ ਬਾਰੇ ਆਪਾਂ ਡਿਟੇਲ ਦੇ ਵਿੱਚ ਜਿਹੜਾ ਇਸ ਨੂੰ ਪੜ੍ਹਾਂਗੇ। ਅਤੇ ਇਹ ਸੀਗਾ ਸਾਡਾ ਅੱਜ ਦਾ ਲੈਕਚਰ। ਮੈਨੂੰ ਆਸ ਹੈ ਕਿ ਤੁਹਾਨੂੰ ਸਮਝ ਲੱਗਿਆ ਹੋਣਾ, ਵਧੀਆ ਲੱਗਿਆ ਹੋਣਾ। ਇੰਨਾ ਜਾਣਦਾ ਹੋਇਆ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ। ਜੇਕਰ ਕਿਸੇ ਨੂੰ ਕੋਈ ਡਾਊਟ ਲੱਗਦਾ ਹੈ ਤਾਂ ਤੁਸੀਂ ਪੁੱਛ ਸਕਦੇ ਹੋ, ਅਤੇ ਫਿਰ ਵੀ ਕਲੀਅਰ ਨਹੀਂ ਹੋ ਰਿਹਾ ਤਾਂ ਤੁਸੀਂ
ਕਲੀਅਰ ਕਰਵਾਉਣ ਦੇ ਲਈ ਦੱਸ ਸਕਦੇ ਹੋ ਤਾਂ ਮੈਂ ਹਰ ਇੱਕ ਤਰ੍ਹਾਂ ਦੀ ਕੋਸ਼ਿਸ਼ ਕਰੂੰਗਾ। ਜ਼ੂਮ ਐਪ 'ਤੇ ਵੀ ਤੁਹਾਡੀ ਕਲਾਸ ਲਗਾਉਣ ਦੀ ਕੋਸ਼ਿਸ਼ ਕਰੂੰਗਾ ਜੇਕਰ ਤੁਹਾਨੂੰ ਕੋਈ ਦਿੱਕਤ ਆ ਰਹੀ ਹੈ ਤਾਂ। ਇਸ ਲਈ ਜੇ ਇੰਨੇ ਨਾਲ ਸਮਝ ਆਉਂਦਾ ਤਾਂ ਵੀ ਬੈਸਟ ਹੈ, ਕਿਉਂਕਿ ਇਹਦੇ ਨਾਲ ਐ ਵੀ ਤੁਸੀਂ ਜਦੋਂ ਮਰਜ਼ੀ ਵੀ ਤੁਹਾਨੂੰ ਦਿੱਕਤ ਆਉਂਦੀ ਹੈ ਤਾਂ ਤੁਸੀਂ ਦੁਬਾਰਾ YouTube ਚੈਨਲ ਤੋਂ ਵੀਡੀਓ ਚੱਕ ਸਕਦੇ ਹੋ, ਉਸ ਨੂੰ ਰੋਕ ਕੇ ਦੁਬਾਰਾ ਸੁਣ ਸਕਦੇ ਹੋ, ਦੁਬਾਰਾ ਪਰਖ ਸਕਦੇ ਹੋ। ਕਿਉਂਕਿ ਇੱਕ ਵਾਰ ਜੇ YouTube ਦੇ ਉੱਤੇ ਤਾਂ ਦੇਖੋ ਆਪਾਂ ਜਦੋਂ ਵੀ ਮਰਜ਼ੀ ਦੇਖ ਸਕਦੇ ਹਾਂ, ਪਰ ਜਿਹੜਾ ਆਪਣਾ ਸਿਸਟਮ ਸੀਗਾ ਆਪਣਾ ਜ਼ੂਮ ਐਪ ਵਾਲਾ, ਉਹਦੇ 'ਤੇ ਇੱਕ ਵਾਰ ਲੰਘਿਆ ਲੈਕਚਰ ਦੁਬਾਰਾ ਵਾਪਸ ਨਹੀਂ ਸੀ ਜਿਹੜਾ ਆਉਂਦਾ ਸੀਗਾ। ਇਸ ਲਈ ਇਹ ਕੋਸ਼ਿਸ਼ ਕੀਤੀ ਗਈ ਹੈ। ਪਰ ਫਿਰ ਵੀ ਜੇ ਤੁਹਾਨੂੰ ਦਿੱਕਤ ਹੈ, ਤੁਸੀਂ ਤੁਹਾਡੇ ਲਈ 24 ਘੰਟੇ ਅਤੇ 7 ਦਿਨ ਪੂਰਾ ਹਫ਼ਤਾ 24 ਘੰਟੇ ਜਦੋਂ ਮਰਜ਼ੀ ਤੁਸੀਂ ਇਸ ਦੇ ਰਿਗਾਰਡਿੰਗ ਕੁਝ ਵੀ ਪੁੱਛਣਾ ਜਿਹੜਾ ਉਹ ਤੁਸੀਂ ਪੁੱਛ ਸਕਦੇ ਹੋ, ਤੁਹਾਨੂੰ ਦੱਸਿਆ ਜਾਊਗਾ। ਅਤੇ ਇੰਨਾ ਕਹਿੰਦਾ ਹੋਇਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ।